ਸਾਧ ਸੰਗਤ ਕੈ ਅੰਚਲ ਲਾਵਹੁ। ਬਿਖਮ ਨਦੀ ਜਾਏ ਤਰਨੀ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਭਾਸ ਨਾ ਪਰਿਆ ਰੇ। ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ। ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ। ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸਾਹ। ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸਾਹ। ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਤਰ ਸੁਨਨ ਬਾਹਰ ਸੁਨਨ ਪ੍ਰਭਵਨ ਸੁਨਮ ਸੁਨਨ। ਚੌਥੇ ਸੁਨੈ ਜੋ ਨ ਜਾਣੈ। ਆਖੋ ਪਾ ਨਾ ਪੁੰਨਨ। ਅੰਤਰ ਸੁਨਨ ਬਾਹਰ ਸੁਨਨ ਪ੍ਰਭਵਨ ਸੁਨਮ ਸੁਨਨ। ਚੌਥੇ ਸੁਨੈ ਜੋ ਨ ਜਾਣੈ। ਆਖੋ ਪਾ ਨਾ ਪੁੰਨਨ। ਘਟ ਘਟ ਸੁਨਤਾ ਜਾਣੈ ਪੀਓ। ਆਪ ਪੁਰਖ ਨਿਰੰਜਨ ਦੇਵ। ਜੋ ਜਨ ਨਾਮ ਨਿਰੰਜਨ ਰਤਾ। ਨਾਨਕ ਸੋਈ ਪੁਰਖ ਵਿਦਾਤਾ। ਜੋ ਜਨ ਨਾਮ ਨਿਰੰਜਨ ਰਤਾ। ਨਾਨਕ ਸੋਈ ਪੁਰਖ ਵਿਦਾਤਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਮਹਾਨ ਕਿਰਪਾਲਤਾ ਦਇਆਲਤਾ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਗਰੀਬ ਨਵਾਜ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦਾ ਨਿਤਨੇਮ
ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਮਹਾਰਾਜ ਸਾਹਿਬ ਜੀ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਲੜੀਵਾਰ ਰੂਪ ਦੇ ਵਿੱਚ ਸਿੱਧ ਗੋਸ਼ਟ ਬਾਣੀ ਦੁਆਰਾ ਪਾਵਨ ਪਵਿੱਤਰ ਕਲਿਆਣਕਾਰੀ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਜੋ ਸਿੱਧਾਂ ਦੇ ਸਵਾਲਾਂ ਦੇ ਜਵਾਬ, ਸਿੱਧਾਂ ਦੇ ਪ੍ਰਸ਼ਨਾਂ ਦੇ ਉੱਤਰ ਮਹਾਰਾਜ ਸਾਹਿਬ ਜੀ ਨੇ ਇਸ ਬਾਣੀ ਦੇ ਅੰਦਰ ਉਚਾਰਨ ਕੀਤੇ ਹਨ। ਜਿਸ ਦੀਆਂ ਸਾਧ ਸੰਗਤ ਜੀ 50 ਪੌੜੀਆਂ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ। 51 ਨੰਬਰ ਦੀ ਪੌੜੀ ਦਾ ਪਾਠ ਅਸੀਂ ਸਰਵਣ ਕੀਤਾ ਹੈ, ਜੋ 943 ਅੰਗ ਤੇ ਇਹ ਪੌੜੀ ਸੋਭਨੀਕ ਹੈ। ਜਗਤ ਗੁਰੂ, ਜਗਤ ਦੇ ਸੁਆਮੀ, ਆਦਿ ਨਿਰੰਜਨ ਹੈ ਗੁਰੂ ਨਾਨਕ, ਹਾਰ ਕੈ ਮੂਰਤ ਹੈ ਜਾਗੇ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਪਾਓ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੈ ਮੂਰਤ ਹੈ ਜਾਗੇ ਆਇਓ। ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਰੂਪ ਧਾਰ ਕੇ ਇਹ ਕਲਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਕਿਰਪਾ ਕੀਤੀ। ਪਰਮੇਸ਼ਰ ਵਾਹਿਗੁਰੂ ਜੋ ਨਿਰਗੁਣ ਹੈ, ਉਸ ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਹੀ ਸਰਗੁਣ ਰੂਪ ਹੋ ਕਰਕੇ ਸਤਿਗੁਰੂ ਜੀ ਦੇ ਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਨਾਮ ਬਾਣੀ ਦਾ ਪ੍ਰਵਾਹ ਚਲਾਇਆ, ਸਤ ਸੰਗਤ ਕਾਇਮ ਕੀਤੀ। ਆਪਣਾ ਗਿਆਨ, ਆਪਣਾ ਉਪਦੇਸ਼ ਆਪ ਹੀ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਸੰਸਾਰ ਨੂੰ ਬਖਸ਼ਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਇਹ ਸੁਲਤਾਨਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦਿਆਂ ਹੋਇਆਂ ਇੱਥੋਂ ਹੀ ਸਾਧ ਸੰਗਤ ਜੀ ਉਦਾਸੀਆਂ ਆਰੰਭ ਕੀਤੀਆਂ ਤੇ ਫਿਰ 4 ਚੱਕਾਂ ਦੇ ਵਿੱਚ 9 ਖੰਡਾਂ ਦੀ ਪ੍ਰਿਥਵੀ ਤੇ ਮਹਾਰਾਜ ਸਾਹਿਬ ਜੀ ਨੇ ਸਤਿਨਾਮ ਦਾ ਚੱਕਰ ਫਿਰਾਇਆ। ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇਹ ਜਗਤ ਗੁਰੂ ਜੀ ਨੇ ਕਿਰਪਾ ਕੀਤੀ, ਕਲਯੁਗ ਦੇ ਜੀਵਾਂ ਦਾ ਉਧਾਰ ਕੀਤਾ ਸਤਿਗੁਰੂ ਮਹਾਰਾਜ ਸਾਹਿਬ ਜੀ। ਜਿਵੇਂ ਅੰਮ੍ਰਿਤ ਬਾਣੀ ਦਾ ਬਚਨ ਹੈ, ਕਲਯੁਗ ਉਧਾਰਿਆ ਗੁਰਦੇਵ, ਮਲ ਮੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ। ਕਲਯੁਗ ਦਾ ਉਧਾਰ ਕੀਤਾ ਗੁਰਦੇਵ ਨੇ। ਭਾਵ ਜੋ ਕਲਯੁਗ ਦੇ ਵਿੱਚ ਜੀਵ ਹਨ, ਉਹਨਾਂ ਨੂੰ ਦਰਸ਼ਨ ਦੇ ਕੇ, ਉਪਦੇਸ਼ ਦੇ ਕੇ ਸਤ ਸੰਗਤ ਕਾਇਮ ਕੀਤੀ, ਨਾਮ ਦੇ ਨਾਲ, ਬਾਣੀ ਦੇ ਨਾਲ ਜੋੜਿਆ। ਮਹਾਰਾਜ ਸਾਹਿਬ ਜੀ ਨੇ ਇਸ ਤਰੀਕੇ ਨਾਲ ਇਹ ਕਲਯੁਗ ਦੇ ਜੀਵਾਂ ਦਾ ਉਧਾਰ ਕੀਤਾ ਤੇ ਮਹਾਰਾਜ ਸਾਹਿਬ ਜੀ ਨੇ ਸਭ ਨੂੰ ਆਪਣੀ ਸੇਵਾ ਦੇ ਵਿੱਚ ਲਾਇਆ, ਨਾਮ ਬਾਣੀ ਦੇ ਨਾਲ ਜੋੜਿਆ, ਸਤ ਸੰਗਤ ਦੇ ਨਾਲ ਜੋੜਿਆ, ਧਰਮ ਦੇ ਨਾਲ ਜੋੜਿਆ। ਕਲਯੁਗ ਉਧਾਰਿਆ ਗੁਰਦੇਵ, ਕਲਯੁਗ ਉਧਾਰਿਆ ਗੁਰਦੇਵ, ਕਲਯੁਗ ਉਧਾਰਿਆ ਗੁਰਦੇਵ, ਕਲਯੁਗ ਉਧਾਰਿਆ ਗੁਰਦੇਵ।
ਕਲ ਜੁਗ ਉਧਾਰਿਆ ਗੁਰਦੇਵ, ਕਲ ਜੁਗ ਉਧਾਰਿਆ ਗੁਰਦੇਵ। ਕਲ ਜੁਗ ਉਧਾਰਿਆ ਗੁਰਦੇਵ, ਕਲ ਜੁਗ ਉਧਾਰਿਆ ਗੁਰਦੇਵ। ਮਲ ਮੂਤ ਮੂੜ ਜੇ ਮੁਗਧ ਹੋਤੇ, ਮਲ ਮੂਤ ਮੂੜ ਜੇ ਮੁਗਧ ਹੋਤੇ। ਮਲ ਮੂਤ ਮੂੜ ਜੇ ਮੁਗਧ ਹੋਤੇ, ਮਲ ਮੂਤ ਮੂੜ ਜੇ ਮੁਗਧ ਹੋਤੇ। ਮਲ ਮੂਤ ਮੂੜ ਜੇ ਮੁਗਧ ਹੋਤੇ, ਮਲ ਮੂਤ ਮੂੜ ਜੇ ਮੁਗਧ ਹੋਤੇ। ਮਲ ਮੂਤ ਮੂੜ ਜੇ ਮੁਗਧ ਹੋਤੇ, ਮਲ ਮੂਤ ਮੂੜ ਜੇ ਮੁਗਧ ਹੋਤੇ। ਸਭ ਲੱਗੇ ਤੇਰੀ ਸੇਵ, ਸਭ ਲੱਗੇ ਤੇਰੀ ਸੇਵ। ਸਭ ਲੱਗੀ ਤੇਰੀ ਸੇਵਾ, ਸਭ ਲੱਗੀ ਤੇਰੀ ਸੇਵਾ। ਕਲ ਜੁਗ ਉਧਾਰਿਆ ਗੁਰਦੇਵ, ਕਲ ਜੁਗ ਉਧਾਰਿਆ ਗੁਰਦੇਵ। ਕਲ ਜੁਗ ਉਧਾਰਿਆ ਗੁਰਦੇਵ, ਕਲ ਜੁਗ ਉਧਾਰਿਆ ਗੁਰਦੇਵ। ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਕਲ ਯੁਗ ਦੇ ਜੀਵਾਂ ਦਾ ਉਧਾਰ ਕੀਤਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ। ਗਰੀਬ ਨਵਾਜ ਨੇ ਉਪਦੇਸ਼ ਦਿੱਤਾ, ਬਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ, ਕਿ ਹੁਣ ਭਾਈ ਕਲਯੁਗ ਦਾ ਸਮਾਂ ਆਇਆ, ਇੱਕ ਨਾਮ ਦਾ ਬੀਜ ਬੀਜੋ। ਬਾਕੀ ਜਿਹੜੇ ਬੀਜ ਸੀ ਉਹ ਪਿਛਲੇ ਯੁੱਗਾਂ ਦੇ ਸਨ, ਉਹ ਹੋਰ ਰੁੱਤ ਸੀ, ਹੁਣ ਹੋਰ ਰੁੱਤ ਹੈ। ਕਿਉਂਕਿ ਹੋਰ ਰੁੱਤ ਦਾ ਹੋਰ ਰੁੱਤ ਵਿੱਚ ਬੀਜ ਬੀਜਿਆ ਜਾਵੇ ਉਹ ਉਗਦਾ ਨਹੀਂ ਹੈ, ਫਲਦਾ ਫੁੱਲਦਾ ਨਹੀਂ ਹੈ। ਕੁਰਤਾ ਬੀਜ ਬੀਜੈ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏਂਦਾ। ਆਨ ਰੂਤੀ ਆਨ ਬੋਈਐ, ਫਲ ਨਾ ਫੂਲੈ ਤਾਹੇ। ਹੋਰ ਰੁੱਤ ਵਿੱਚ ਹੋਰ ਬੀਜ ਬੀਜੀਏ, ਫਲਦਾ ਫੁੱਲਦਾ ਨਹੀਂ। ਜੇ ਝੋਨੇ ਦੀ ਰੁੱਤ ਹੈ ਤੇ ਝੋਨਾ ਹੀ ਬੀਜਣਾ ਪੈਣਾ, ਕਣਕ ਨਹੀਂ ਬੀਜੀ ਜਾਂਦੀ, ਕਣਕ ਦੀ ਰੁੱਤ ਵੱਖਰੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹੁਣ ਕਲਯੁਗ ਦਾ ਸਮਾਂ ਆਇਆ ਹੈ, ਨਾਮ ਦੇ ਬੀਜ ਬੀਜਣ ਦੀ ਰੁੱਤ ਹੈ। ਸਤਜੁਗ ਸਤ ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤੀਨੋਂ ਜੁਗ ਤੀਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਕੇਵਲ ਨਾਮ ਦਾ ਆਸਰਾ ਹੈ ਭਾਈ, ਨਾਮ ਦਾ ਬੀਜ ਬੀਜੋ। ਤੋ ਮਹਾਰਾਜ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ, ਕਲ ਮਹਿ ਇਹੋ ਪੁੰਨ ਗੁਣ ਗੋਵਿੰਦ ਗਾਹੇ। ਕਲਯੁਗ ਦੇ ਵਿੱਚ ਇਹ ਪੁੰਨ ਹੈ, ਪੁੰਨਮਈ ਕਰਮ ਹੈ ਕਿ ਗੋਵਿੰਦ ਦੇ ਗੁਣ ਗਾਓ, ਗੋਵਿੰਦ ਦਾ ਜਸ ਗਾਓ। ਤੋ ਕਲਯੁਗ ਦੇ ਜੀਵਾਂ ਦਾ ਉਧਾਰ ਕੀਤਾ ਮਹਾਰਾਜ ਸਾਹਿਬ ਜੀ ਨੇ। ਤੋ ਸਿੱਧਾ ਨੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨੇ, ਸਿੱਧਾ ਨੇ ਸਵਾਲ ਕਰਨੇ, ਤਾਂ ਬਹੁਤ ਉੱਚੇ ਉੱਚੇ ਸਵਾਲ ਕੀਤੇ ਸਿੱਧਾ ਨੇ। ਸਤਿਗੁਰੂ ਜੀ ਨੇ ਉਹਨਾਂ ਦਾ ਉੱਤਰ ਦੇਣਾ। ਜਿਵੇਂ 51 ਨੰਬਰ ਦੀ ਪੌੜੀ 'ਚ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਦਰ ਸੁਨਨ ਬਾਹਰ ਸੁਨਨ। ਸੁਨਨ ਤੋਂ ਭਾਵ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੋ ਸੁੰਨ ਸਰੂਪ ਹੈ।
ਅਫੁਰ ਸਰੂਪ ਹੈ, ਸੁੰਨ ਹੈ, ਜਿਹਦੇ ਵਿੱਚ ਕੋਈ ਫੁਰਨਾ ਨਹੀਂ ਹੈ, ਮੈਕੀ ਫੁਰਨਾ ਨਹੀਂ ਹੈ, ਮਾਇਆ ਦਾ, ਪਦਾਰਥਾਂ ਦਾ ਕੋਈ ਝੰਬੇਲਾ, ਕੋਈ ਫੁਰਨਾ ਜਿਸ ਵਿੱਚ ਨਹੀਂ ਹੈ, ਜੋ ਸਾਰੇ ਫੁਰਨਿਆਂ ਤੋਂ ਰਹਿਤ ਹੈ, ਉਹ ਸੁੰਨ ਸਰੂਪ ਹੈ। ਜਿਵੇਂ ਮਹਾਰਾਜ ਸਾਹਿਬ ਕਹਿੰਦੇ ਆ, ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ। ਇਹਦੇ 'ਚ ਗਰੀਬ ਨਵਾਜ ਨੇ ਫਰਮਾਇਆ ਵੀ ਉਹ ਸਰਗੁਣ ਵੀ ਆਪ ਹੈ, ਨਿਰਗੁਣ ਵੀ ਆਪ ਹੈ, ਨਿਰੰਕਾਰ ਆਕਾਰ ਤੋਂ ਰਹਿਤ ਵੀ ਆਪ ਹੈ, ਜਿਹਦਾ ਕੋਈ ਆਕਾਰ ਨਹੀਂ ਹੈ। ਫਿਰ ਚੌਥਾ ਬਚਨ ਕੀਤਾ, ਉਹ ਸੁੰਨ ਰੂਪ ਵੀ ਆਪ ਹੀ ਹੈ, ਸੁੰਨ ਸਮਾਧੀ ਆਪ। ਉਹ ਸਮਾਧੀ ਜਿਹਦੇ ਵਿੱਚ ਕੋਈ ਫੁਰਨਾ ਹੀ ਨਹੀਂ ਹੈ, ਜਿਹਦੇ ਵਿੱਚ ਕੋਈ ਖਿਆਲ ਹੀ ਨਹੀਂ ਹੈ। ਤੇ ਪਰਮੇਸ਼ਰ ਕੈਸਾ ਹੈ? ਮਹਾਰਾਜ ਕਹਿੰਦੇ ਉਹ ਸੁੰਨ ਸਰੂਪ ਹੈ, ਅਫੁਰ ਸਰੂਪ ਹੈ, ਕੋਈ ਕਿਸੇ ਪ੍ਰਕਾਰ ਦਾ ਉਹਦੇ ਵਿੱਚ ਫੁਰਨਾ ਹੀ ਨਹੀਂ ਹੈ, ਮਾਇਆ ਦਾ, ਪਦਾਰਥਾਂ ਦਾ ਕੋਈ ਫੁਰਨਾ ਨਹੀਂ, ਜੋ ਹੈ ਉਹ ਸੁੰਨ ਹੈ। ਤੇ ਸਤਿਗੁਰੂ ਕਹਿੰਦੇ, ਹੈ ਸਿੱਧੋ ਅੰਤਰ ਸੁੰਨੰ, ਉਹ ਅੰਦਰ ਵੀ, ਮਨੁੱਖ ਦੇ ਸਰੀਰ ਦੇ ਅੰਦਰ ਵੀ ਉਹ ਸੁੰਨ ਅਫੁਰ ਸਰੂਪ ਪਰਮੇਸ਼ਰ ਨਿਰਗੁਣ ਬ੍ਰਹਮ ਵਸ ਰਿਹਾ। ਬਾਹਰ ਸੁੰਨੰ, ਤੇ ਬਾਹਰ ਸੰਸਾਰ ਦੇ ਵਿੱਚ ਵੀ ਉਹ ਅਫੁਰ ਸਰੂਪ, ਸਾਰੇ ਫੁਰਨਿਆਂ ਤੋਂ ਰਹਿਤ ਸੁੱਧ ਸਰੂਪ ਉਹ ਪਰਮੇਸ਼ਰ ਵਾਹਿਗੁਰੂ ਵਸ ਰਿਹਾ। ਭਾਵ ਹਰ ਇੱਕ ਥਾਂ ਤੇ ਉਹ ਸੁੰਨ ਸਰੂਪ ਜੋ ਅਫੁਰ ਸਰੂਪ ਹੈ, ਫੁਰਨਿਆਂ ਤੋਂ ਰਹਿਤ ਹੈ, ਉਹ ਪਰਮੇਸ਼ਰ ਵਾਹਿਗੁਰੂ ਜੀ ਵਸ ਰਹੇ ਆ। ਅੰਤਰ ਸੁੰਨੰ ਬਾਹਰ ਸੁੰਨੰ, ਸੁੰਨ ਅਫੁਰ ਸਭ ਫੁਰਨਿਆਂ ਤੋਂ ਰਹਿਤ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਅੰਦਰ ਤੇ ਬਾਹਰ ਵਿਆਪਕ ਹੈ। ਦੇਖੋ ਪਰਮੇਸ਼ਰ ਕੈਸਾ ਹੈ, ਜਿਹਦੇ ਵਿੱਚ ਕੋਈ ਫੁਰਨਾ ਨਹੀਂ ਹੈ, ਕੋਈ ਖਿਆਲ ਨਹੀਂ ਹੈ। ਹੈ ਉਹ ਐਸਾ, ਪਰ ਜਦੋਂ ਕਦੇ ਉਹ ਫੁਰਨਾ ਕਰਦਾ ਹੈ ਤੇ ਫਿਰ ਉਹਦੇ ਇੱਕ ਨਿੱਕੇ ਜਿਹੇ ਫੁਰਨੇ ਦੇ ਨਾਲ ਕਰੋੜਾਂ ਖੰਡ ਬ੍ਰਹਿਮੰਡ ਬਣ ਜਾਂਦੇ ਆ। ਉਹਦੇ ਨਿੱਕੇ ਜਿਹੇ ਫੁਰਨੇ ਦੇ ਨਾਲ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੀ ਰਚਨਾ ਹੋ ਜਾਂਦੀ ਹੈ। ਇੱਕ ਫੁਰਨੇ ਮਾਤਰ ਦੇ ਨਾਲ ਹੀ ਕਰੋੜਾਂ ਖੰਡਾਂ ਬ੍ਰਹਿਮੰਡਾਂ ਨੂੰ ਉਹ ਸਮਾਪਤ ਵੀ ਕਰ ਦਿੰਦਾ ਹੈ। ਉਂਝ ਜੋ ਸਾਰੇ ਫੁਰਨਿਆਂ ਤੋਂ ਰਹਿਤ ਹੈ। ਫਿਰ ਉਹ ਨਿਰਗੁਣ ਹੈ, ਮਾਇਆ ਦੇ ਗੁਣਾਂ ਤੋਂ ਰਹਿਤ ਹੈ, ਰਜੋ ਤਮੋ ਸਤੋ ਤੋਂ ਰਹਿਤ ਹੈ। ਨਿਰਗੁਣ, ਪਰ ਜਿਸ ਵੇਲੇ ਉਹ ਚਾਹੁੰਦਾ ਹੈ ਉਸ ਵੇਲੇ ਇਹ ਗੁਣਾਂ ਵਾਲੀ ਮਾਇਆ ਵੀ ਪੈਦਾ ਕਰ ਦਿੰਦਾ। ਉਸ ਵੇਲੇ ਇਹ ਸੰਸਾਰ ਦੀ ਉਤਪਤੀ ਕਰਦਾ ਹੈ। ਆਪ ਉਹ ਨਿਰੰਕਾਰ ਹੈ, ਜਿਹਦਾ ਕੋਈ ਆਕਾਰ ਨਹੀਂ, ਨਾ ਕੋਈ ਚੱਕਰ ਹੈ, ਨਾ ਕੋਈ ਚਿਹਨ ਹੈ, ਨਾ ਕੋਈ ਜਾਤ ਹੈ, ਨਾ ਕੋਈ ਪਾਤ ਹੈ, ਕੋਈ ਜਾਤ ਗੋਤ ਨਹੀਂ ਹੈ, ਕੋਈ ਰੰਗ ਰੂਪ ਨਹੀਂ ਹੈ, ਕੋਈ ਵਰਨ ਨਹੀਂ ਹੈ, ਨਾ ਉਹ ਬ੍ਰਾਹਮਣ ਹੈ, ਨਾ ਉਹ ਖੱਤਰੀ ਹੈ, ਨਾ ਉਹ ਸ਼ੂਦ ਹੈ, ਨਾ ਉਹ ਵੈਸ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਨਾ ਉਹਦਾ ਰੂਪ, ਨਾ ਰੰਗ, ਨਾ ਰੇਖ, ਨਾ ਭੇਖ ਕੋਈ ਕਹਿ ਹੀ ਨਹੀਂ ਸਕਦਾ, ਕਿਉਂਕਿ ਉਹ ਸਭ ਕੋਈ ਤੋਂ ਰਹਿਤ ਹੈ। ਹੈ ਉਹ ਆਕਾਰ ਤੋਂ ਰਹਿਤ, ਹੈ ਉਹ ਰੰਗਾਂ ਰੂਪਾਂ ਰੇਖਾਂ ਤੋਂ ਰਹਿਤ, ਭੇਖਾਂ ਤੋਂ ਰਹਿਤ। ਪਰ ਜੇ ਵੇਖੀਏ, ਜਿਹੜਾ ਆਕਾਰ ਤੋਂ ਰਹਿਤ ਹੈ, ਸਾਰਾ ਆਕਾਰ ਵੀ ਉਹਦੇ ਵਿੱਚੋਂ ਹੀ ਪੈਦਾ ਹੋਇਆ। ਜੋ ਨਿਰੰਕਾਰ ਹੈ, ਜਿੰਨਾ ਸੰਸਾਰ ਦਾ ਆਕਾਰ ਹੈ, ਜਿੰਨਾ ਸ੍ਰਿਸ਼ਟੀ ਦਾ ਆਕਾਰ ਹੈ, ਜਿੰਨਾ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਆਕਾਰ ਹੈ, ਇਹ ਪਤਾਲਾਂ ਆਕਾਸ਼ਾਂ ਦਾ ਆਕਾਰ ਹੈ, ਇਹ ਕਿਹਦੇ ਚੋਂ ਪੈਦਾ ਹੋਇਆ? ਜਿਹਦਾ ਆਪਣਾ ਆਕਾਰ ਹੀ ਕੋਈ ਨਹੀਂ, ਜੋ ਜੋਤ ਰੂਪ ਹੀ ਹੈ, ਜੋ ਨਿਰਗੁਣ ਹੈ, ਜੋ ਨਿਰੰਕਾਰ ਹੈ, ਆਕਾਰ ਤੋਂ ਰਹਿਤ ਹੈ। ਉਹ ਆਕਾਰ ਤੋਂ ਰਹਿਤ ਜਦੋਂ ਚਾਹੁੰਦਾ ਹੈ, ਉਸ ਵੇਲੇ ਬੜੇ ਵੱਡੇ ਵੱਡੇ ਆਕਾਰ ਪੈਦਾ ਕਰ ਦਿੰਦਾ। ਉਹ ਰੰਗ ਰੂਪ ਰੇਖ ਤੋਂ ਰਹਿਤ ਜਦੋਂ ਚਾਹੁੰਦਾ ਹੈ,
ਕਈ ਤਰ੍ਹਾਂ ਦੇ ਰੰਗ ਪੈਦਾ ਕਰ ਦਿੰਦਾ, ਕਈ ਤਰ੍ਹਾਂ ਦੇ ਰੂਪ ਪੈਦਾ ਕਰ ਦਿੰਦਾ, ਕਈ ਤਰ੍ਹਾਂ ਦੇ ਆਕਾਰ ਪੈਦਾ ਕਰ ਦਿੰਦਾ। ਕਿਉਂਕਿ ਜਿੰਨੇ ਰੰਗ, ਜਿੰਨੇ ਰੂਪ, ਜਿੰਨੇ ਆਕਾਰ ਦਿਸ ਰਹੇ ਆ ਸ੍ਰਿਸ਼ਟੀ ਦੇ ਵਿੱਚ, ਇਹ ਪੈਦਾ ਕਿੰਨੇ ਕੀਤੇ ਆ ਜੀ? ਜੋ ਨਿਰੰਕਾਰ ਹੈ, ਜੋ ਆਕਾਰ ਤੋਂ ਰਹਿਤ ਹੈ, ਉਹ ਨਿਰੰਕਾਰ ਨੇ ਇਹ ਸਾਰਾ ਆਕਾਰ ਪੈਦਾ ਕੀਤਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਉਹ ਨਿਰੰਕਾਰ ਪਰਮੇਸ਼ਰ, ਉਹ ਅਫੁਰ ਸਰੂਪ ਪਰਮੇਸ਼ਰ, ਜੋ ਸੁੰਨ ਸਰੂਪ ਹੈ, ਅਫੁਰ ਸਰੂਪ ਹੈ, ਉਹ ਅੰਦਰ ਵੀ ਹੈ ਤੇ ਬਾਹਰ ਵੀ ਹੈ। ਉਹ ਅਫੁਰ ਸਰੂਪ ਹੋ ਕਰਕੇ ਹਰ ਇੱਕ ਜੀਵ ਦੇ ਅੰਦਰ ਵੀ ਵਿਆਪਕ ਹੈ ਤੇ ਬਾਹਰ ਵੀ ਵਿਆਪਕ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਇਆਲ, ਸਰਬ ਲੋਕ ਪੂਰਨ ਪ੍ਰਤਿਪਾਲ। ਬਣ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ। ਉਹ ਅਫੁਰ ਸਰੂਪ, ਸੁੰਨ ਸਰੂਪ, ਉਹ ਜੜ ਨਹੀਂ ਹੈ, ਉਹ ਚੇਤਨ ਹੈ। ਉਹ ਪੌਣ ਦੇ ਵਿੱਚ ਵੀ ਹੈ, ਉਹ ਪਾਣੀ ਦੇ ਵਿੱਚ ਵੀ ਹੈ, ਉਹ ਬੈਸੰਤਰ ਅਗਨੀ ਦੇ ਵਿੱਚ ਵੀ ਹੈ। ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਉਹ ਉੱਤਰ ਦੱਖਣ ਪੂਰਬ ਪੱਛਮ ਵਿੱਚ, ਦਸਾਂ ਦਿਸ਼ਾਵਾਂ ਵਿੱਚ ਸਮਾਇਆ ਹੋਇਆ। ਇਸ ਤੇ ਭਿੰਨ ਨਹੀਂ ਕੋ ਠਾਉ, ਉਹਦੇ ਤੋਂ ਵੱਖਰਾ ਕੋਈ ਥਾਂ ਹੀ ਨਹੀਂ ਹੈ। ਗੁਰ ਪ੍ਰਸਾਦ ਨਾਨਕ ਸੁਖ ਪਾਓ। ਉਹ ਅੰਦਰ ਵੀ ਵਿਆਪਕ ਹੈ, ਬਾਹਰ ਸੰਸਾਰ ਦੇ ਵਿੱਚ ਵੀ ਵਿਆਪਕ ਹੈ ਤੇ ਸੁੰਨ ਹੈ, ਅਫੁਰ ਸਰੂਪ ਹੈ ਪਰਮੇਸ਼ਰ। ਤ੍ਰਿਭਵਨ, ਤਿੰਨਾਂ ਭਵਨਾਂ ਦੇ ਵਿੱਚ, ਮਾਤ ਲੋਕ ਦੇ ਵਿੱਚ, ਪਤਾਲ ਲੋਕ ਦੇ ਵਿੱਚ, ਆਕਾਸ਼ ਲੋਕ ਦੇ ਵਿੱਚ, ਉਹ ਤਿੰਨਾਂ ਭਵਨਾਂ ਦੇ ਵਿੱਚ ਸੁੰਨ ਅਫੁਰ ਸਰੂਪ ਪਰਮੇਸ਼ਰ ਹੈ। ਮੁਸੁੰਨਨ, ਉਹ ਚੇਤਨ ਸਰੂਪ ਹੈ, ਉਹ ਜਿਉਂਦਾ ਜਾਗਦਾ ਹੈ, ਚੇਤਨਤਾ ਹੈ। ਉਸੇ ਦੀ ਚੇਤਨਤਾ ਕਰਕੇ ਹੀ ਸਾਰੀ ਚੇਤਨਤਾ ਹੋ ਰਹੀ ਹੈ। ਉਹ ਚੇਤਨ ਹੈ, ਬਾਕੀ ਤਾਂ ਸਭ ਕੁਝ ਜੜ ਹੈ ਉਹਦੇ ਤੋਂ ਬਿਨਾਂ। ਉਹਦੇ ਕਰਕੇ ਸਾਰੇ ਚੇਤਨ ਹੋ ਰਹੇ ਹਨ, ਸਾਰੀ ਹਰਕਤ ਹੋ ਰਹੀ ਹੈ। ਤਾਂ ਮਹਾਰਾਜ ਕਹਿੰਦੇ ਉਹ ਤਿੰਨਾਂ ਭਵਨਾਂ ਦੇ ਵਿੱਚ ਅਫੁਰ ਸਰੂਪ ਸਮਾਇਆ ਹੋਇਆ ਹੈ। ਪਰ ਉਸ ਸੁੰਨ ਸਰੂਪ ਨੂੰ ਕੌਣ ਜਾਣਦਾ ਹੈ? ਜੋ ਨਰ, ਜਿਹੜਾ ਮਨੁੱਖ ਚੌਥੀ ਅਵਸਥਾ ਦੇ ਵਿੱਚ ਉਹ ਵਿਆਪਕ ਹੋ ਰਿਹਾ ਹੈ। ਤੀਨ ਵਿਆਪੇ ਜਗਤ ਕਉ ਤੁਰਿਆ ਪਾਵੇ ਕੋਇ। ਤਿੰਨਾਂ ਦੇ ਵਿੱਚ ਤਾਂ ਸਾਰਾ ਜਗਤ ਵਿਆਪਕ ਹੈ। ਜੋ ਚੌਥੀ ਭੂਮਿਕਾ ਹੈ, ਚੌਥੀ ਅਵਸਥਾ ਤੁਰਿਆ ਪਦ ਹੈ, ਉਹਦੇ ਵਿੱਚ ਉਸ ਸੁੰਨ ਸਰੂਪ ਨੂੰ ਜੋ ਨਰ ਜਾਣੇ, ਜਿਹੜਾ ਮਨੁੱਖ ਜਾਣੇ। ਕਿਵੇਂ ਜਾਣੇਗਾ? ਗੁਰੂ ਸਾਹਿਬ ਜੀ ਦੇ ਦੁਆਰਾ। ਗੁਰੂ ਸਾਹਿਬ ਹੀ ਚੌਥੇ ਪਦ ਦੀ ਦਾਤ ਬਖਸ਼ਣਗੇ, ਤਿੰਨਾਂ ਤੋਂ ਉੱਪਰ ਚੌਥੇ ਦੇ ਵਿੱਚ ਲਿਜਾਣਗੇ। ਤੇ ਚੌਥੀ ਭੂਮਿਕਾ ਦੇ ਵਿੱਚ, ਤੁਰਿਆ ਪਦ ਦੇ ਵਿੱਚ ਮਹਾਰਾਜ ਸਾਹਿਬ ਕਹਿੰਦੇ ਸਿੱਧੋ, ਜਿਹੜਾ ਮਨੁੱਖ ਚੌਥੀ ਅਵਸਥਾ ਵਿੱਚ ਜਾ ਕਰਕੇ ਉਸ ਸੁੰਨ ਸਰੂਪ ਨੂੰ, ਅਫੁਰ ਸਰੂਪ ਨੂੰ ਜਾਣੇ, ਫਿਰ ਉਹ ਉਸੇ ਦਾ ਹੀ ਰੂਪ ਹੋ ਜਾਂਦਾ। ਉਸ ਨੂੰ ਫਿਰ ਪਾਪ ਪੁੰਨ ਨਹੀਂ ਲੱਗਦਾ। ਤਾ ਕੋ ਪਾਪ ਨਾ ਪੁੰਨ, ਨਾ ਪਾਪ ਲੱਗਦਾ ਹੈ ਨਾ ਪੁੰਨ ਲੱਗਦਾ, ਕਿਉਂਕਿ ਉਹ ਪਾਪ ਪੁੰਨ ਤੋਂ ਪਰੇ ਹੋ ਜਾਂਦਾ। ਪਾਪ ਵਾਲਾ ਫੁਰਨਾ ਨਹੀਂ ਉਹਦੇ ਅੰਦਰ ਆਉਂਦਾ ਹੈ, ਕੋਈ ਕਰਮ ਨਹੀਂ ਕਰਦਾ ਹੈ ਉਹ। ਤੇ ਪੁੰਨ ਇੱਛਾ ਸਹਿਤ ਨਹੀਂ ਕਰਦਾ ਹੈ, ਸੁਤੇ ਸਿੱਧ ਉਹਦੇ ਤੋਂ ਜੋ ਹੁੰਦਾ ਹੈ, ਪਰ ਉਹਦੇ ਅੰਦਰ ਕਾਮਨਾ ਨਹੀਂ ਹੈ ਸਵਰਗ ਆਦਿਕ ਦੀ ਪ੍ਰਾਪਤੀ ਦੀ। ਸੁਤੇ ਸਿੱਧ ਉਹ ਬ੍ਰਹਮ ਨਾਲ ਜੁੜਿਆ ਹੋਇਆ, ਸੁੰਨ ਸਰੂਪ ਅਫੁਰ ਸਰੂਪ ਪਰਮੇਸ਼ਰ ਨਾਲ ਜੁੜਿਆ ਹੋਇਆ।
ਵਾਹਿਗੁਰੂ ਜੀ ਦੀ ਭਗਤੀ ਕਰਦਾ ਹੈ, ਉਹਦੀ ਅਵਸਥਾ ਐਸੀ ਬਣ ਜਾਂਦੀ ਹੈ, ਸੁਰਗ ਬਾਸ ਨਾ ਬਾਸ਼ੀਐ, ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨਹਿ ਨਾ ਕੀਜੈ ਆਸ। ਸਵਰਗਾਂ ਦੀ ਇੱਛਾ ਨਹੀਂ ਰੱਖਦਾ ਹੈ, ਨਰਕਾਂ ਦਾ ਭੈ ਨਹੀਂ ਰੱਖਦਾ, ਕਿਉਂਕਿ ਸਵਰਗਾਂ ਦੀ ਇੱਛਾ ਰੱਖ ਕਰਕੇ ਉਹ ਕੋਈ ਪੁੰਨ ਕਰਮ ਨਹੀਂ ਕਰਦਾ, ਸਵਰਗ ਜਾਣ ਦੀ ਉਹਨੂੰ ਇੱਛਾ ਹੀ ਨਹੀਂ ਹੈ। ਤੇ ਨਰਕਾਂ ਦਾ ਉਹਨੂੰ ਡਰ ਨਹੀਂ, ਕਿਉਂਕਿ ਉਹ ਪਾਪ ਨਹੀਂ ਕਰਦਾ, ਪਰਮੇਸ਼ਰ ਦੀ ਬੰਦਗੀ ਵਿੱਚ ਜੁੜਿਆ ਰਹਿੰਦਾ। ਸੁਰਗ ਬਾਸ ਨਾ ਬਾਸ਼ੀਐ, ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨਹਿ ਨਾ ਕੀਜੈ ਆਸ। ਕਿ ਜੋ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੋਣਾ ਹੈ ਉਹੀ ਹੋਣਾ ਹੈ। ਪ੍ਰਭੂ ਦੀ ਬੰਦਗੀ ਕਰਦਾ, ਵਾਹਿਗੁਰੂ ਪਰਮੇਸ਼ਰ ਦੇ ਨਾਲ ਉਹ ਜੁੜਿਆ ਰਹਿੰਦਾ, ਇਸ ਕਰਕੇ ਉਹ ਪਾਪ ਪੁੰਨ ਤੋਂ ਪਰੇ ਹੋ ਜਾਂਦਾ ਹੈ, ਪਾਪ ਪੁੰਨ ਦੇ ਵਿੱਚ ਲਿਪਾਏਮਾਨ ਨਹੀਂ ਹੁੰਦਾ। ਤਾਂ ਕੋ ਪਾਪ ਨਾ ਪੁੰਨਨ, ਉਹ ਪਾਪਾਂ ਪੁੰਨਾਂ ਤੋਂ ਨਿਰਲੇਪ ਹੋ ਜਾਂਦਾ ਹੈ, ਉਸ ਨੂੰ ਪਾਪ ਪੁੰਨ ਦੀ ਲਿਪਾਏਮਾਨਤਾ ਨਹੀਂ ਲੱਗਦੀ ਹੈ, ਉਹ ਪਾਪ ਪੁੰਨ ਵਿੱਚ ਲਿਬੜਦਾ ਨਹੀਂ ਹੈ, ਕਿਉਂਕਿ ਉਹ ਅਫੁਰ ਸਰੂਪ ਦੇ ਨਾਲ, ਸੁੰਨ ਸਰੂਪ ਦੇ ਨਾਲ ਜੁੜ ਗਿਆ। ਉਸ ਪਰਮੇਸ਼ਰ ਵਾਹਿਗੁਰੂ ਜੀ ਨੂੰ ਉਸਨੇ ਜਾਣਿਆ, ਸਾਰੇ ਪਾਸੇ ਵਿਆਪਕ ਜਾਣਿਆ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਵੀ ਪਾਪ ਪੁੰਨ ਤੋਂ ਰਹਿਤ ਹੈ, ਤੇ ਉਹਦੇ ਨਾਲ ਜੁੜਨ ਵਾਲਾ ਵੀ ਪਾਪ ਪੁੰਨ ਤੋਂ ਰਹਿਤ ਹੋ ਜਾਂਦਾ ਹੈ। ਘਟ ਘਟ ਸੁਨਤਾ ਜਾਣੈ ਪੀਓ। ਮਹਾਰਾਜ ਕਹਿੰਦੇ ਸਿੱਧੋ, ਜਿਹੜਾ ਜੀਵ ਗੁਰੂ ਕੀ ਕਿਰਪਾ ਦੇ ਦੁਆਰਾ ਜੋ ਘਟ ਘਟ ਵਿੱਚ ਵਸਿਆ ਹੋਇਆ ਹੈ ਨਾ, ਸੁੰਨ ਸਰੂਪ, ਅਫੁਰ ਸਰੂਪ, ਉਹਦਾ ਜੋ ਭੇਦ ਜਾਣ ਲੈਂਦਾ, ਉਹਦੇ ਭੇਦ ਨੂੰ ਜਾਣ ਲੈਂਦਾ, ਸਮਝ ਲੈਂਦਾ। ਕਿਵੇਂ ਜਾਣਿਆ ਜਾਵੇਗਾ ਉਹਦਾ ਭੇਦ? ਗੁਰੂ ਸਾਹਿਬ ਜੀ ਦੇ ਪਾਸੋਂ ਜਾਣਿਆ ਜਾਂਦਾ ਹੈ, ਸਤਿਗੁਰੂ ਜਣਾਉਂਦੇ ਹਨ। ਅਸਲ ਵਿੱਚ ਉਹ ਪਰਮੇਸ਼ਰ ਆਪ ਹੀ ਜਣਾਉਂਦੇ ਆ, ਗੁਰੂ ਰੂਪ ਹੋ ਕਰਕੇ ਗੁਰੂ ਸਾਹਿਬ ਜੀ ਦੇ ਦੁਆਰਾ ਆਪਣੇ ਭੇਦ ਨੂੰ ਆਪ ਹੀ ਜਣਾਉਂਦੇ। ਜਿਸ ਨੂੰ ਤੂੰ ਜਾਣ ਆਏ ਹੈ, ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਹੈ ਉਹ ਅੰਦਰ ਹੀ, ਅੰਦਰ ਵੀ ਤੇ ਬਾਹਰ ਵੀ, ਹਰੇਕ ਸਰੀਰ ਸਰੀਰ ਦੇ ਵਿੱਚ, ਹਰੇਕ ਹਿਰਦੇ ਹਿਰਦੇ ਦੇ ਵਿੱਚ, ਘਟ ਘਟ ਸੁੰਨ ਕਾ ਜਾਣੈ ਭਿਓ। ਜੋ ਘਟਾਂ ਘਟਾਂ ਵਿੱਚ ਉਹ ਸੁੰਨ ਸਰੂਪ, ਅਫੁਰ ਸਰੂਪ ਪਰਮੇਸ਼ਰ ਵਿਆਪਕ ਹੋ ਰਿਹਾ, ਵਸਿਆ ਹੋਇਆ ਹੈ, ਉਹਦੇ ਭੇਦ ਨੂੰ ਜਾਣ ਲਵੇ। ਜਿਹੜਾ ਅਫੁਰ ਸਰੂਪ ਹੈ, ਜਿਹਦੇ ਅੰਦਰ ਕੋਈ ਫੁਰਨਾ ਹੀ ਨਹੀਂ ਹੈ, ਕੋਈ ਭੱਜ ਦੌੜ ਨਹੀਂ ਹੈ, ਉਹ ਹਰੇਕ ਹਿਰਦੇ ਹਿਰਦੇ ਦੇ ਅੰਦਰ ਵਸਿਆ ਹੋਇਆ, ਪਰ ਉਹਦਾ ਭੇਦ ਨਹੀਂ ਪਾਇਆ ਜਾ ਰਿਹਾ, ਉਹਦੇ ਨਾਲ ਸਾਂਝ ਨਹੀਂ ਬਣ ਰਹੀ ਹੈ, ਉਹਦੇ ਨਾਲ ਸੁਰਤ ਨਹੀਂ ਜੁੜ ਰਹੀ ਹੈ। ਉਹ ਅਫੁਰ ਸਰੂਪ ਅੰਦਰ ਹੀ ਬੈਠਾ ਹੋਇਆ, ਅੰਦਰ ਹੀ ਵਿਆਪਕ ਹੈ। ਪਰ ਮਹਾਰਾਜ ਕਹਿੰਦੇ ਜਿਸ ਵੇਲੇ ਉਹ ਅੰਦਰ ਵਸਦੇ ਦਾ, ਜੋ ਸਾਰੀਆਂ ਘਟਾਂ ਦੇ ਵਿੱਚ ਵਸ ਰਿਹਾ ਹੈ, ਸੁੰਨ ਸਰੂਪ, ਅਫੁਰ ਸਰੂਪ, ਉਹਦੇ ਭੇਦ ਨੂੰ ਜਾਣੇ, ਸਮਝੇ। ਉਹ ਸੁੱਖਾਂ ਦਾ ਦਾਤਾ ਹੈ, ਸਾਰੀਆਂ ਬਰਕਤਾਂ ਦਾ ਦਾਤਾ ਹੈ, ਬਖਸ਼ਿਸ਼ਾਂ ਦਾ ਦਾਤਾ ਹੈ। ਬਾਣੀ 'ਚ ਮਹਾਰਾਜ ਸਾਹਿਬ ਜੀ ਨੇ ਬੇਅੰਤ ਐਸੇ ਬਚਨ ਕਹੇ ਹਨ ਕਿ ਉਹ ਵਾਹਿਗੁਰੂ ਸੁਖ ਸਾਗਰ ਅੰਦਰ ਵਸਿਆ ਹੋਇਆ, ਅੰਦਰ ਵੀ ਹੈ ਤੇ ਬਾਹਰ ਵੀ ਹੈ, ਸਭ ਥਾਵਾਂ ਤੇ, ਕਿਉਂਕਿ ਉਹਦੇ ਤੋਂ ਬਿਨਾਂ ਤੇ ਕੋਈ ਜਗ੍ਹਾ ਖਾਲੀ ਹੈ ਹੀ ਨਹੀਂ। ਇਸੇ ਪੌੜੀ 'ਚ ਮਹਾਰਾਜ ਨੇ ਕਹਿ ਦਿੱਤਾ, ਅੰਤਰ ਸੁੰਨੰ ਬਾਹਰ ਸੁੰਨੰ ਤੇ ਭਵਨ ਸੁੰਨ ਮਸੁੰਨੰ। ਉਹ ਤਿੰਨਾਂ ਭਵਨਾਂ ਦੇ ਵਿੱਚ ਵੀ ਹੈ, ਅੰਦਰ ਵੀ ਹੈ। ਫਿਰ ਤਿੰਨ ਭਵਨ ਇਹ ਵੀ ਹਨ, ਇੱਕ ਤਾਂ ਹੈ ਨਾ ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, ਤਿੰਨ ਭਵਨ ਇਹ ਹੋਏ। ਇੱਕ ਤਿੰਨ ਭਵਨ ਇਹ ਵੀ ਹਨ ਕਿ ਜਾਗਰਤ, ਸੁਪਨ ਤੇ ਸੁਖੋਪਤੀ।
ਇੱਕ ਜਾਗਰਤ, ਜਦੋਂ ਅਸੀਂ ਜਾਗਦੇ ਤੁਰੇ ਫਿਰਦੇ ਹਾਂ, ਇਹਨੂੰ ਜਾਗਰਤ ਆਖਿਆ। ਇਹਦੇ ਵਿੱਚ ਵੀ ਉਹ ਸੁੰਨ ਸਰੂਪ ਹੀ ਵਿਆਪਕ ਹੈ। ਇੱਕ ਸੁਪਨ ਹੈ, ਜਿਸ ਵੇਲੇ ਸੁੱਤੇ ਆ ਤੇ ਸੁਪਨਾ ਚੱਲਦਾ ਹੈ, ਉਸ ਵੇਲੇ ਵੀ ਉਹ ਸੁੰਨ। ਇੱਕ ਸੁਖੋਪਤੀ ਹੈ, ਜਿਸ ਵੇਲੇ ਗੂੜੇ ਨੀਂਦੇ ਸੌਂਦੇ ਆ, ਜਿਸ ਨੂੰ ਬੰਦਾ ਕਹਿੰਦਾ ਹੈ ਵੀ ਐਸਾ ਸੁੱਤਾ ਮੈਂ, ਐਸੀ ਨੀਂਦ ਆਈ, ਮੈਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਰਿਹਾ, ਮੈਂ ਕਿੱਥੇ ਪਿਆ ਸੀ, ਮੇਰਾ ਸਰੀਰ ਕਿੱਥੇ ਪਿਆ ਸੀ, ਉਹਨੂੰ ਸੁਖੋਪਤੀ ਆਖਿਆ। ਤਾਂ ਉਹਦੇ ਵਿੱਚ ਵੀ ਇਹ ਤਿੰਨਾਂ ਭਵਨਾਂ ਦੇ ਵਿੱਚ ਹੀ ਉਹ ਸੁੰਨ ਅਫੁਰ ਸਰੂਪ ਪਰਮੇਸ਼ਰ ਵਾਹਿਗੁਰੂ ਹੀ ਵਿਆਪਕ ਹੈ। ਉਹ ਚੇਤਨ ਸਰੂਪ ਹੀ ਹੈ, ਕਿਉਂਕਿ ਉਹਦੇ ਕਰਕੇ ਹੀ ਸੁਪਨੇ ਦਾ ਪਤਾ ਲੱਗਦਾ ਹੈ। ਉਹਦੇ ਕਰਕੇ ਹੀ ਜਿਹੜਾ ਉੱਠ ਕੇ ਬੰਦਾ ਕਹਿੰਦਾ ਵੀ ਅੱਜ ਮੈਂ ਗੂੜੀ ਨੀਂਦੇ ਸੁੱਤਾ, ਅੱਜ ਤੇ ਮੈਨੂੰ ਆਪਣੇ ਆਪ ਦਾ ਹੀ ਪਤਾ ਨਹੀਂ ਰਿਹਾ। ਪਰ ਇਹ ਜਿਹੜੀ ਗੱਲ ਦੱਸੀ ਹੈ ਵੀ ਅੱਜ ਮੈਂ ਗੂੜੀ ਨੀਂਦੇ ਸੁੱਤਾ ਤੇ ਮੈਨੂੰ ਆਪਣੇ ਆਪ ਦਾ ਪਤਾ ਨਹੀਂ ਰਿਹਾ, ਪਰ ਫਿਰ ਵੀ ਇਹ ਗੱਲ ਕਹਿੰਦਾ ਵਾ ਵੀ ਮੈਂ ਗੂੜੀ ਨੀਂਦੇ ਸੁੱਤਾ ਤੇ ਮੈਨੂੰ ਆਪਣੇ ਆਪ ਦਾ ਪਤਾ ਨਹੀਂ ਰਿਹਾ। ਇਹ ਕਿਵੇਂ ਪਤਾ ਰਹਿ ਗਿਆ ਵੀ ਮੈਨੂੰ ਆਪਣੇ ਆਪ ਦਾ ਪਤਾ ਨਹੀਂ ਰਿਹਾ? ਇਹ ਵੀ ਉਸ ਸੁੰਨ ਸਰੂਪ ਦਾ ਕਰਕੇ, ਜੋ ਸਾਰੀਆਂ ਅਵਸਥਾ ਦਾ ਸਾਖੀ ਰੂਪ ਹੈ, ਜਿਹਦੇ ਕਰਕੇ ਸੁਪਨੇ ਦਾ ਪਤਾ ਰਹਿੰਦਾ ਹੈ, ਚੇਤਾ ਰਹਿੰਦਾ ਹੈ, ਜਿਹਦੇ ਕਰਕੇ ਸੁਪਨੇ ਤੋਂ ਅਗਲੀ ਅਵਸਥਾ ਜਿਹੜੀ ਗੂੜੀ ਨੀਂਦ ਦੀ ਹੈ ਉਹਦਾ ਪਤਾ ਲੱਗਦਾ ਹੈ। ਉਹ ਤਿੰਨਾਂ ਭਵਨਾਂ ਦੇ ਵਿੱਚ ਹੀ ਸੁੰਨ ਸਰੂਪ ਅਫੁਰ ਸਰੂਪ ਵਿਆਪਕ ਹੈ। ਤਾਂ ਐਸਾ ਜੋ ਪਰਮੇਸ਼ਰ ਹੈ, ਜੋ ਅੰਦਰ ਹੈ, ਤੇ ਉਸ ਦਾ ਮਹਾਰਾਜ ਕਹਿੰਦੇ ਭੇਦ ਜਾਣੇ। ਤੇ ਭੇਦ ਕਿੱਥੋਂ ਜਾਣੇਗਾ? ਗੁਰੂ ਸਾਹਿਬ ਜੀ ਦੇ ਪਾਸੋਂ ਸਤਿਗੁਰੂ ਜਣਾਉਣਗੇ। ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ ਉਹ ਪਰਮੇਸ਼ਰ, ਪਰ ਉਹਦੇ ਤੋਂ, ਉਹਦੇ ਭੇਦ ਤੋਂ ਰਹਿਤ ਹੈ ਜੀ, ਉਹਦੇ ਨਾਲ ਸਾਂਝ ਨਹੀਂ ਬਣ ਰਹੀ ਹੈ। ਬਾਰ-ਬਾਰ ਸਾਂਝ ਬਣੀ ਹੋਈ ਹੈ, ਜਿਹਦੇ ਕਰਕੇ ਸਾਰਾ ਕੁਝ ਪੈਦਾ ਹੋਇਆ, ਜਿਹਦੇ ਕਰਕੇ ਸਰੀਰ ਸਾਰੀ ਹਰਕਤ ਕਰ ਰਿਹਾ ਹੈ, ਉਸ ਦੇ ਨਾਲ ਸਾਂਝ ਹੀ ਨਹੀਂ ਬਣ ਰਹੀ। ਜਿਸ ਦੇ ਬਾਰੇ ਮਹਾਰਾਜ ਰੋਜ਼ ਕਹਿੰਦੇ ਆ ਵੀ ਬੰਦਿਆ ਉਹ ਤੇਰੇ ਅੰਦਰ ਵੀ ਵਸਦਾ ਹੈ, ਬਾਹਰ ਵੀ ਵਸਦਾ ਹੈ, ਸਾਰੇ ਪਾਸੇ ਵਸਦਾ। ਗੁਰੂ ਸਾਹਿਬ ਤਾਂ ਵਾਰ-ਵਾਰ ਕਹਿ ਰਹੇ ਵੀ ਉਹਦੇ ਤੋਂ ਬਿਨਾਂ ਕੋਈ ਖਾਲੀ ਜਗ੍ਹਾ ਹੀ ਨਹੀਂ। ਵੀ ਤੇਰਾ ਸਰੀਰ ਵੀ ਉਹਦੇ ਕਰਕੇ ਹੀ ਚੱਲਦਾ ਪਿਆ, ਤੇ ਸਾਰਾ ਸੰਸਾਰ ਵੀ ਉਹਦੇ ਕਰਕੇ ਚੱਲਦਾ ਪਿਆ। ਉਹ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਹੈ। ਤਾਂ ਉਹ ਅੰਦਰ ਹੈ ਜੋ ਸੁੱਖਾਂ ਦਾ ਸਾਗਰ ਹੈ, ਬੰਦਾ ਫੇਰ ਦੁਖੀ ਹੈ। ਸੁੱਖ ਸਾਗਰ ਅੰਦਰ ਹੈ, ਇਹ ਫੇਰ ਦੁਖੀ ਹੈ। ਉਹ ਸਾਰੀਆਂ ਚਿੰਤਾ ਮੇਟਣ ਦੇ ਵਾਲਾ, ਸਭ ਫਿਕਰਾਂ ਨੂੰ ਮੇਟਣ ਵਾਲਾ ਅੰਦਰ ਹੈ, ਇਨਸਾਨ ਫੇਰ ਚਿੰਤਾ ਦੇ ਵਿੱਚ ਹੈ, ਫਿਕਰਾਂ ਦੇ ਵਿੱਚ ਹੈ, ਕਿਉਂਕਿ ਉਹਦੇ ਨਾਲ ਸਾਂਝ ਨਹੀਂ ਨਾ ਬਣੀ, ਉਹਦੇ ਨਾਲ ਜੁੜਿਆ ਨਹੀਂ, ਤਾਲਮੇਲ ਨਹੀਂ ਹੋਇਆ। ਉਹ ਜਨਮਾਂ ਜਨਮਾਂਤਰਾਂ ਦੀਆਂ ਭੁੱਖਾਂ ਮੇਟਣ ਵਾਲਾ, ਤ੍ਰਿਪਤੀ ਦੇਣ ਵਾਲਾ ਅੰਦਰ ਹੈ, ਬਾਹਰ ਵੀ ਹੈ, ਪਰ ਉਹਦੇ ਨਾਲ ਸਾਂਝ ਨਹੀਂ ਬਣੀ। ਜਿਸ ਨੇ ਤ੍ਰਿਪਤੀ ਦੇਣੀ ਸੀ, ਇਨਸਾਨ ਫੇਰ ਇਹ ਇਸੇ ਤਰ੍ਹਾਂ ਤ੍ਰਿਸ਼ਨਾ ਦੀ ਭੁੱਖ ਦੇ ਵਿੱਚ ਹੀ ਹੈ। ਉਹ ਪਰਮੇਸ਼ਰ ਵਾਹਿਗੁਰੂ ਜਿਸ ਨੇ ਸਾਰੀ ਪਿਆਸ ਬੁਝਾਉਣੀ ਹੈ, ਮਹਾਰਾਜ ਕਹਿੰਦੇ ਉਹ ਤੇਰੇ ਅੰਦਰ ਬਾਹਰ ਵਿਆਪਕ ਹੈ, ਇਹ ਫੇਰ ਪਿਆਸੇ ਦਾ ਪਿਆਸਾ ਹੀ ਹੈ। ਅੰਤਰ ਫੂਟਾ ਅੰਮ੍ਰਿਤ ਭਰਿਆ, ਸਬਦੇ ਕਾਢ ਪੀਏ ਪਨਿਹਾਰੀ। ਘਟ ਘਟ ਸੁੰਨ ਕਾ ਜਾਣੈ ਭਿਓ। ਘਟਾ ਘਟਾਂ ਦੇ ਵਿੱਚ ਜੋ ਸੁੰਨ ਸਰੂਪ, ਅਫੁਰ ਸਰੂਪ, ਉਹ ਪਰਮੇਸ਼ਰ ਵਾਹਿਗੁਰੂ ਜਿਹਦੇ ਵਿੱਚ ਕੋਈ ਫੁਰਨਾ ਨਹੀਂ ਹੈ, ਉਹ ਐਸਾ ਪਰਮੇਸ਼ਰ ਵਾਹਿਗੁਰੂ ਵਿਆਪਕ ਹੋ ਰਿਹਾ ਹੈ। ਮਹਾਰਾਜ ਕਹਿੰਦੇ ਉਹਦੇ ਭੇਦ ਨੂੰ ਜਾਣੇ ਗੁਰੂ ਸਾਹਿਬ ਜੀ ਦੇ ਪਾਸੋਂ। ਆਦਿ ਪੁਰਖ ਨਿਰੰਜਨ ਦੇਵ। ਜਦੋਂ ਭੇਦ ਨੂੰ ਜਾਣੇਗਾ ਤੇ ਗੁਰੂ ਸਾਹਿਬ ਜੀ ਫਿਰ ਦੱਸਣਗੇ ਕਿ ਭਾਈ ਉਹ ਆਦਿ ਪੁਰਖ ਹੈ, ਉਹ ਆਦ ਹੈ ਸਾਰਿਆਂ ਦਾ, ਉਹ ਆਰੰਭ ਹੈ ਸਭ ਦਾ, ਸਾਰੀ ਸ੍ਰਿਸ਼ਟੀ ਦਾ ਆਰੰਭ ਉਹ ਆਦ ਹੈ, ਆਪ ਹੈ। ਆਦ, ਆਦ ਕਹਿੰਦੇ ਸ਼ੁਰੂਆਤ ਨੂੰ,
ਆਦਿ ਕਹਿੰਦੇ ਆਰੰਭ ਨੂੰ, ਮੁੱਢ ਨੂੰ। ਇਹ ਸਾਰਿਆਂ ਦਾ ਮੁੱਢ ਆਪ ਹੈ, ਸਾਰਿਆਂ ਦਾ ਸ਼ੁਰੂਆਤ ਆਪ ਹੈ। ਗੱਲ ਉਹਦੇ ਤੋਂ ਹੀ ਸ਼ੁਰੂ ਹੁੰਦੀ ਹੈ ਤੇ ਉਹਦੇ ਤੇ ਹੀ ਸਮਾਪਤ ਹੁੰਦੀ ਹੈ। ਤੇ ਸ਼ੁਰੂ ਵੀ ਉਹ ਆਪ ਹੀ ਕਰਦਾ ਹੈ ਤੇ ਸਮਾਪਤ ਵੀ ਆਪ ਹੀ ਕਰਦਾ ਹੈ। ਸ੍ਰਿਸ਼ਟੀ ਦੀ ਆਰੰਭਤਾ ਵੀ ਆਪ ਹੀ ਉਹਨੇ ਕੀਤੀ ਹੈ ਤੇ ਸ੍ਰਿਸ਼ਟੀ ਦਾ ਖਾਤਮਾ ਵੀ ਉਹਨੇ ਆਪ ਹੀ ਕਰਨਾ ਹੈ। ਕਦੋਂ ਕੀਤੀ ਸ਼ੁਰੂਆਤ ਉਹਨੇ, ਇਹ ਵੀ ਉਹ ਆਪ ਹੀ ਜਾਣਦਾ, ਤੇ ਕਦੋਂ ਉਹਨੇ ਸਮਾਪਤ ਕਰਨੀ, ਇਹ ਵੀ ਉਹ ਆਪ ਹੀ ਜਾਣਦਾ। ਦੂਜਾ ਤੇ ਕੋਈ ਨਹੀਂ ਜਾਣਦਾ। ਇਹ ਜਾਣਦਾ ਕੋਈ ਕੋਈ ਜੋਤਸ਼ੀ, ਕੋਈ ਪੰਡਤ, ਕੋਈ ਬ੍ਰਾਹਮਣ, ਕੋਈ ਮੌਲਵੀ, ਕੋਈ ਜਾਣਦਾ ਕਿ ਕੋਈ ਸਿੱਖ ਜਾਣਦਾ? ਮਹਾਰਾਜ ਕਹਿੰਦੇ ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ। ਜਿਹੜਾ ਸਿਰਠੀ ਨੂੰ, ਸ੍ਰਿਸ਼ਟੀ ਨੂੰ ਸਾਜਦਾ ਏ, ਸਾਜਣ ਤੋਂ ਪਹਿਲੋਂ, ਕਿਉਂਕਿ ਹੋਰ ਕੋਈ ਹੈ ਹੀ ਨਹੀਂ ਸੀ, ਜਾਣੇਗਾ ਕਿੱਥੋਂ ਕੋਈ ਚੀਜ਼ ਬਣਾਈ ਜਾਵੇ, ਕੋਈ ਚੀਜ਼ ਸਾਜੀ ਜਾਵੇ, ਜਿਹੜਾ ਉਸ ਮੌਕੇ ਤੇ ਮੌਜੂਦ ਹੋਵੇ ਉਹੀ ਜਾਣ ਸਕਦਾ ਨਾ ਉਸ ਨੂੰ। ਇਸ ਕਰਕੇ ਉਦੋਂ ਪਹਿਲਾਂ ਕੋਈ ਹੈ ਹੀ ਨਹੀਂ ਸੀ। ਸਭ ਤੋਂ ਪਹਿਲਾਂ ਉਹ ਆਪ ਹੀ ਹੈ, ਇਕੱਲਾ ਹੀ। ਉਹਨੇ ਫਿਰ ਬਾਕੀਆਂ ਨੂੰ ਪੈਦਾ ਕੀਤਾ, ਸ੍ਰਿਸ਼ਟੀ ਪੈਦਾ ਕੀਤੀ। ਇਸ ਕਰਕੇ ਸਾਜਣ ਦੇ ਸਮੇਂ ਨੂੰ ਵੀ ਉਹ ਆਪ ਹੀ ਜਾਣਦਾ ਜਦੋਂ ਉਹਨੇ ਸਾਜੀ ਹੈ, ਕਿਉਂਕਿ ਉਹ ਆਪ ਹੀ ਸੀ ਉਦੋਂ, ਹੋਰ ਕੋਈ ਹੈ ਹੀ ਨਹੀਂ ਸੀ। ਤੇ ਜਦੋਂ ਉਹਨੇ ਸਮਾਪਤ ਕਰਨੀ ਹੈ ਤੇ ਉਸ ਮੌਕੇ ਤੇ ਵੀ ਉਹ ਆਪ ਹੀ ਜਾਣਦਾ ਹੈ ਉਹਨੇ ਕਦੋਂ ਇਹ ਸਮਾਪਤ ਕਰਨੀ, ਕਿਉਂਕਿ ਕਈ ਵਾਰ ਉਹਨੇ ਸਮਾਪਤ ਕੀਤੀ ਹੈ ਪਹਿਲਾਂ ਤੇ ਕਈ ਵਾਰੀ ਅੱਗੇ ਕਰਨੀ, ਤੇ ਰੋਜ਼-ਰੋਜ਼ ਵੀ ਉਹ ਕਰੀ ਜਾਂਦਾ। ਸਵਾਸ ਉਹਨੇ ਹੀ ਸਾਰਿਆਂ ਨੂੰ ਦਿੱਤੇ ਆ, ਰੋਜ਼ ਇੱਕ-ਇੱਕ ਕਰਕੇ ਵੀ ਪੈਦਾ ਹੋ ਰਹੇ ਆ, ਇੱਕ-ਇੱਕ ਕਰਕੇ ਵੀ ਸਮਾਪਤ ਹੋ ਰਹੇ, ਤੇ ਕਈ ਵਾਰੀ ਉਹ ਇਕੱਠੇ ਵੀ ਕਰ ਦਿੰਦਾ, ਇਕੱਠੇ ਵੀ ਪੈਦਾ ਕਰ ਦਿੰਦਾ, ਇਕੱਠੇ ਵੀ ਸਮਾਪਤ ਕਰ ਦਿੰਦਾ, ਪਰਲੋ ਵੀ ਕਰ ਦਿੰਦਾ, ਮਹਾਪਰਲੋ। ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਜਾਣਦਾ ਹੈ। ਸਭ ਦਾ ਆਦ ਆਰੰਭ ਆਪ ਹੈ, ਸ਼ੁਰੂਆਤ ਆਪ ਹੈ। ਉਹਦਾ ਆਪਣਾ ਆਦ ਕੋਈ ਹੈ ਹੀ ਨਹੀਂ, ਉਹਦਾ ਨਹੀਂ ਕੋਈ ਵੀ ਆਦ ਹੈਗਾ। ਸ੍ਰਿਸ਼ਟੀ ਦਾ ਆਦ ਹੈ, ਪਰਮੇਸ਼ਰ ਦਾ ਆਦ ਕੋਈ ਨਹੀਂ ਹੈ, ਵਾਹਿਗੁਰੂ ਦਾ ਆਦ ਕੋਈ ਨਹੀਂ। ਹਾਂ, ਜਿਸ ਵੇਲੇ ਉਹ ਨਿਰਗੁਣ ਸਰੂਪ ਤੋਂ, ਅਫੁਰ ਸਰੂਪ ਤੋਂ, ਸੁੰਨ ਸਰੂਪ ਤੋਂ ਫਿਰ ਸਰਗੁਣ ਸਰੂਪ ਧਾਰਨ ਕਰ ਲੈਂਦਾ ਹੈ ਨਾ। ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਨਿਰਗੁਣ ਤੋਂ ਜਦੋਂ ਸਰਗੁਣ ਹੋ ਜਾਂਦਾ ਫਿਰ ਉਹ ਸਤਿਗੁਰੂ ਰੂਪ ਵਿੱਚ ਆਉਂਦੇ ਹੈ, ਤੇ ਫਿਰ ਉਹ ਸਮੇਂ ਨੂੰ ਸੰਸਾਰ ਦੇ ਜੀਵ ਮਹਾਰਾਜ ਸਾਹਿਬ ਜੀ ਦਾ ਆਗਮਨ ਦਿਵਸ ਕਹਿ ਕਰਕੇ ਮਨਾਇਆ ਜਾਂਦਾ, ਪ੍ਰਕਾਸ਼ ਦਿਹਾੜਾ ਕਹਿ ਕੇ ਮਨਾਇਆ ਜਾਂਦਾ। ਫਿਰ ਜਦੋਂ ਮਹਾਰਾਜ ਸਾਹਿਬ ਜੀ ਸਿੱਖਿਆ ਦੇ ਕਰਕੇ ਆਪਣੇ ਫੇਰ ਨਿਰਗੁਣ ਸਰੂਪ ਦੇ ਵਿੱਚ ਲੀਨ ਹੋ ਜਾਂਦੇ ਆ, ਉਸ ਨੂੰ ਸੱਚਖੰਡ ਜਾਣ ਦਾ ਦਿਹਾੜਾ ਕਹਿ ਕੇ ਸੰਸਾਰ ਯਾਦ ਕਰਦਾ, ਜੋਤੀ ਜੋਤ ਦਿਵਸ ਮਨਾਇਆ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਤੋਂ ਪੁੱਛੀਏ ਤੇ ਮਹਾਰਾਜ ਸਾਹਿਬ ਕਹਿੰਦੇ ਅਸਲ ਵਿੱਚ ਨਾ ਆਉਂਦੇ ਅਤੇ ਨਾ ਜਾਂਦੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਇਹ ਵੀ ਇੱਕ ਖੇਡ ਆ ਉਹਨਾਂ ਦੀ, ਇਹ ਵੀ ਪ੍ਰਭੂ ਦੀ ਇੱਕ ਖੇਡ ਹੈ, ਇੱਕ ਕੌਤਕ ਹੈ, ਇੱਕ ਤਮਾਸ਼ਾ ਹੈ। ਅਸਲ ਵਿੱਚ ਉਹ ਆਪ ਪਰਮੇਸ਼ਰ ਤੇ ਸਦਾ ਸਦਾ ਹੀ ਹੈ, ਨਾ ਉਹਦਾ ਆਦ ਹੈ ਨਾ ਉਹਦਾ ਅੰਤ ਹੈ। ਫਿਰ ਆਦ ਅੰਤ ਤੇ ਮੱਧ ਇਹ ਕਿਹਦਾ ਹੈ? ਮਹਾਰਾਜ ਕਹਿੰਦੇ ਕਿਰਤ ਦਾ ਹੈ, ਕਰਤੇ ਦਾ ਨਹੀਂ ਹੈ। ਇਹ ਸਿਰਜਣਹਾਰ ਦਾ ਨਹੀਂ ਹੈ, ਇਹ ਰਚਨਾ ਦਾ ਹੈ। ਇਹ ਸ੍ਰਿਸ਼ਟੀ ਦਾ ਆਦ ਵੀ ਹੈ ਤੇ ਉਹਦੇ ਹੁਕਮ ਦੇ ਨਾਲ ਹੈ। ਸ੍ਰਿਸ਼ਟੀ ਦਾ ਮੱਧ ਕਾਲ ਦਾ ਸਮਾਂ ਵੀ ਹੈ, ਵਾਹਿਗੁਰੂ ਦੇ ਹੁਕਮ ਦੇ ਨਾਲ। ਸ੍ਰਿਸ਼ਟੀ ਦਾ ਅੰਤ ਵੀ ਹੈ, ਪਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਉਹ ਆਪ ਆਦ ਤੋਂ, ਸ੍ਰਿਸ਼ਟੀ ਦੇ ਆਦ ਤੋਂ ਵੀ ਪਹਿਲਾਂ ਹੈ, ਸ੍ਰਿਸ਼ਟੀ ਦੇ ਅੰਤ ਤੋਂ ਬਾਅਦ ਵਿੱਚ ਵੀ ਹੈ। ਜਿਸ ਨੂੰ ਮਹਾਰਾਜ ਕਹਿੰਦੇ ਆਦ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝੀ ਉਹ ਹਮਾਰਾ। ਹੁਣ ਇਹ ਆਦ ਅੰਤ ਕਿਹਦਾ ਆਖਿਆ? ਪਰਮੇਸ਼ਰ ਦਾ ਥੋੜਾ ਆਦ ਅੰਤ ਹੈ। ਪਰਮੇਸ਼ਰ ਵਾਹਿਗੁਰੂ ਨੇ ਜੋ ਰਚਨਾ ਰਚੀ ਉਹਦੇ ਆਦ ਅੰਤ ਦੀ ਗੱਲ ਉਹ ਆਪ ਕਰਦੇ, ਆਪਣਾ ਉਹਦਾ ਆਦ ਅੰਤ ਕੋਈ ਹੈ ਹੀ ਨਹੀਂ। ਆਪ ਤਾਂ ਉਹ ਆਦ, ਉਹਦਾ ਆਦ ਨਹੀਂ, ਇਹ ਰਚਨਾ ਦਾ ਆਦ ਹੈ, ਰਚਨਾ ਦਾ ਮੁੱਢ ਹੈ। ਤੇ ਇਸ ਮੁੱਢ ਨੂੰ ਵੀ ਉਹ ਆਪ ਹੀ ਜਾਣਦਾ, ਦੂਜਾ ਕੋਈ ਜਾਣਦਾ ਨਹੀਂ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ।
ਉਹਦੇ ਬਾਬਤ ਤਾਂ ਹੈ ਵੀ ਉਹ ਸਦਾ ਸਦਾ, ਉਹ ਸਦਾ ਕਿੰਨਾ ਕੁ ਸਮਾਂ ਹੈ, ਕਿੰਨੇ ਯੁੱਗਾਂ ਦੇ ਵਾਸਤੇ ਹੈ, ਇਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਸਦਾ ਹੀ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਤਾਂ ਮਹਾਰਾਜ ਸਾਹਿਬ ਕਹਿੰਦੇ ਭਾਈ ਉਹ ਜਿਹੜਾ ਘਟਾ ਘਟਾਂ ਵਿੱਚ ਅਖੁਰ ਸਰੂਪ ਵਸਿਆ ਹੋਇਆ ਹੈ, ਸੁੰਨ ਹੈ, ਉਹਦੇ ਭੇਦ ਨੂੰ ਜਾਣੇਗਾ ਜਦੋਂ ਗੁਰੂ ਸਾਹਿਬ ਜੀ ਦੇ ਪਾਸੋਂ ਇਹ ਜੀ, ਫਿਰ ਪਤਾ ਲੱਗੇਗਾ ਆਦ ਪੁਰਖ, ਕਿ ਉਹ ਪਰਮੇਸ਼ਰ ਸਭ ਦਾ ਆਦ ਪੁਰਖ ਹੈ, ਸਾਰਿਆਂ ਦਾ ਮੁੱਢ ਉਹ ਹੈ, ਸਾਰੀ ਸ੍ਰਿਸ਼ਟੀ ਦਾ, ਸਾਰੀ ਰਚਨਾ ਦਾ, ਇਹ ਖੰਡਾਂ ਬ੍ਰਹਿਮੰਡਾਂ ਦਾ ਆਰੰਭ ਆਦ, ਉਹ ਆਪ ਹੀ ਆਦ ਪੁਰਖ ਪਰਮੇਸ਼ਰ ਹੈ। ਨਿਰੰਜਨ ਦੇਵ, ਫਿਰ ਉਹ ਨਿਰੰਜਨ ਹੈ, ਸੁੱਧ ਸਰੂਪ ਹੈ। ਅੰਜਨ ਨਾਮ ਹੈ ਮਾਇਆ ਮੈਲ ਦਾ, ਕਾਲਖ ਦਾ, ਤੇ ਨਿਰਅੰਜਨ ਉਹ ਮਾਇਆ ਦੀ ਮੈਲ ਤੋਂ, ਮਾਇਆ ਦੇ ਫੁਰਨਿਆਂ ਤੋਂ, ਮਾਇਆ ਦੇ ਗੁਣਾਂ ਤੋਂ, ਰਜ ਗੁਣ ਤਮ ਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ, ਇਹ ਮਾਇਆ ਮੈਲ ਤੋਂ, ਮਾਇਆ ਦੀ ਕਾਲਖ ਤੋਂ, ਮਾਇਆ ਦੇ ਅੰਜਨ ਤੋਂ ਰਹਿਤ ਹੈ, ਨਿਰੰਜਨ ਹੈ, ਸੁੱਧ ਸਰੂਪ ਹੈ, ਪੁਰਖ ਵਿਆਪਕ ਹੈ, ਦੇਵ ਪ੍ਰਕਾਸ਼ ਸਰੂਪ ਹੈ। ਐਸਾ ਉਹ ਪਰਮੇਸ਼ਰ ਵਾਹਿਗੁਰੂ ਹੈ। ਤਾਂ ਜਿਹੜਾ ਉਸ ਦੇ ਭੇਦ ਨੂੰ ਜਾਣਦਾ ਹੈ, ਆਦ ਪੁਰਖ ਨਿਰੰਜਨ ਦੇਵ, ਉਹ ਵੀ ਆਦ ਪੁਰਖ ਨਿਰੰਜਨ ਦੇਵ ਦਾ ਹੀ ਰੂਪ ਹੋ ਜਾਂਦਾ ਹੈ। ਉਹਨੂੰ ਜਾਣਦਾ ਜਾਣਦਾ ਨਾ, ਗੁਰੂ ਸਾਹਿਬ ਦੇ ਪਾਸੋਂ ਉਹਦੇ ਭੇਦ ਨੂੰ ਜਾਣਦਾ ਹੋਇਆ, ਉਹ ਆਦ ਪੁਰਖ ਨਿਰੰਜਨ ਹੀ ਬਣ ਜਾਂਦਾ, ਉਹਦੇ ਵਿੱਚ ਹੀ ਮਿਲ ਜਾਂਦਾ ਹੈ। ਸਮੁੰਦਰ ਦੇ ਵਿੱਚ ਬੂੰਦ ਮਿਲ ਕਰਕੇ ਸਮੁੰਦਰ ਦਾ ਰੂਪ ਹੀ ਹੋ ਜਾਂਦੀ ਹੈ, ਉਹਦੇ ਵਿੱਚ ਹੀ ਅਭੇਦ ਹੋ ਜਾਂਦਾ ਹੈ। ਇਸ ਤਰ੍ਹਾਂ ਲੀਨ ਹੋ ਜਾਂਦਾ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਤਾਂ ਮਹਾਰਾਜ ਸਾਹਿਬ ਕਹਿੰਦੇ ਉਹ ਆਦ ਪੁਰਖ, ਸਭ ਦਾ ਆਦ ਹੈ, ਪੁਰਖ ਵਿਆਪਕ ਹੈ, ਸੁੱਧ ਸਰੂਪ ਹੈ, ਦੇਵ ਪ੍ਰਕਾਸ਼ ਸਰੂਪ ਹੈ। ਐਸਾ ਉਹ ਪਰਮੇਸ਼ਰ ਹੈ ਜਿਹੜਾ ਉਹਦੇ ਭੇਦ ਨੂੰ ਜਾਣਦਾ ਹੈ, ਉਹਦਾ ਰੂਪ ਹੀ ਹੋ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਉਸ ਦੇ ਭੇਦ ਨੂੰ ਜਾਣਿਆ। ਪਰ ਜਿਸ ਕਿਸੇ ਨੇ ਵੀ ਪ੍ਰਭੂ ਦੇ ਭੇਦ ਨੂੰ ਜਾਣਿਆ ਹੈ, ਉਹਦੇ ਗੁੱਝੇ ਰਾਜ ਨੂੰ ਜਾਣਿਆ ਹੈ, ਉਸਨੇ ਗੁਰੂ ਸਾਹਿਬ ਦੇ ਪਾਸੋਂ ਜਾਣਿਆ, ਗੁਰੂ ਵਾਲਾ ਉਹਨੂੰ ਬਣਨਾ ਪਿਆ। ਭਗਤ ਕਬੀਰ ਸਾਹਿਬ ਜੀ ਨੇ ਸ੍ਰੀ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ ਤੇ ਫਿਰ ਨਾਮ ਦੀ ਆਰਾਧਨਾ ਕੀਤੀ, ਰਾਮ ਨਾਮ ਦਾ ਮੰਤਰ ਦਿੱਤਾ। ਸੁਭਾਵਕ ਉਹਨਾਂ ਨੇ ਕਹਿ ਦਿੱਤਾ ਸੀ ਰਾਮ ਕੇ ਰਾਮ ਬੋਲ। ਤਾਂ ਫਿਰ ਉਹ ਉਹਨਾਂ ਦੇ ਰਸਤੇ ਵਿੱਚ ਅੰਮ੍ਰਿਤ ਵੇਲੇ ਲੰਮੇ ਪਏ ਸੀ ਨਾ, ਉਸ ਵੇਲੇ ਜਦੋਂ ਹਨੇਰੇ ਦੇ ਉਹਨਾਂ ਦੀ ਠੋਕਰ ਵੱਜੀ ਚਰਨਾਂ ਦੀ, ਉਹਨਾਂ ਕਿਹਾ ਰਾਮ ਕੇ ਰਾਮ ਕਹੋ। ਉੱਥੋਂ ਹੀ ਰਾਮ ਰਾਮ ਕਹਿਣ ਲੱਗ ਪਏ। ਫਿਰ ਐਸਾ ਅਭਿਆਸ ਕੀਤਾ, ਫਿਰ ਆਦ ਪੁਰਖ ਨਿਰੰਜਨ ਦੇਵ ਦਾ ਘਟ ਘਟ ਸੁਣ ਕਾ ਜਾਣੈ ਭਿਓ, ਇਹ ਭੇਦ ਪ੍ਰਾਪਤ ਹੋਇਆ। ਫਿਰ ਪਤਾ ਲੱਗਾ ਵੀ ਉਹ ਤਾਂ ਸਾਰੇ ਪਾਸੇ ਵਿਆਪਕ ਹੈ, ਇੱਕੋ ਹੀ ਪਰਮਾਤਮਾ ਸਾਰਿਆਂ ਦੇ ਅੰਦਰ ਆਤਮਾ ਰੂਪ ਹੋ ਕਰਕੇ ਵਿਆਪਕ ਹੋ ਰਿਹਾ। ਉਹ ਅੰਦਰ ਹੈ, ਉਹਦੇ ਭੇਦ ਨੂੰ ਜੀਵ ਜਾਣਦੇ ਨਹੀਂ ਹਨ। ਵਿਕਾਰਾਂ ਵਿੱਚ, ਔਗਣਾਂ ਵਿੱਚ, ਮਾਇਆ ਵਿੱਚ, ਪਦਾਰਥਾਂ ਵਿੱਚ ਫਸੇ ਹੋਏ ਹਨ। ਪਰ ਉਹ ਨਿਰਮਲ ਅੰਦਰ ਹੈ, ਉਹਦੇ ਭੇਦ ਨੂੰ ਜਾਣੇ ਤੋਂ ਬਿਨਾਂ ਜੀਵ ਮੈਲੇ ਹੋ ਰਹੇ ਹਨ। ਉਹ ਪਰਮੇਸ਼ਰ ਵਾਹਿਗੁਰੂ ਸੁਖ ਸਾਗਰ ਅੰਦਰ ਹੈ, ਬਾਹਰ ਵਿਆਪਕ ਹੈ। ਉਹਦੇ ਜਾਣੇ ਤੋਂ ਬਿਨਾਂ, ਸਮਝੇ ਤੋਂ ਬਿਨਾਂ ਜੀਵ ਉਹਦੇ ਨਾਲੋਂ ਟੁੱਟੇ ਹੋਣ ਕਰਕੇ ਦੁਖੀ ਹੋ ਰਹੇ ਹਨ। ਭਗਤ ਜੀ ਨੇ ਜਾਣਿਆ, ਭਗਤ ਜੀ ਨੇ ਸਮਝਿਆ, ਤਾਂ ਫਿਰ ਉਹਨਾਂ ਨੇ ਕਹਿ ਦਿੱਤਾ ਕਿ ਉਹ ਪਰਮੇਸ਼ਰ ਵਾਹਿਗੁਰੂ ਸਰਬ ਵਿਆਪਕ ਹੈ, ਜਰੇ ਜਰੇ ਦੇ ਵਿੱਚ ਹੈ। ਭਗਤ ਨਾਮਦੇਵ ਸਾਹਿਬ ਜੀ ਨੇ ਇਸ ਗੱਲ ਨੂੰ ਜਾਣਿਆ ਤਾਂ ਉਹਨਾਂ ਕਹਿ ਦਿੱਤਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਇਹ ਭਗਤਾਂ ਦੀ ਅਵਸਥਾ ਜਿਨ੍ਹਾਂ ਨੇ ਜਾਣਿਆ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਜੋ ਵੀ ਉਸ ਦੇ ਭੇਦ ਨੂੰ ਜਾਣਦਾ ਹੈ ਉਹ ਫਿਰ ਆਦਿ ਪੁਰਖ ਨਿਰੰਜਨ ਦੇਵ ਦਾ ਹੀ ਰੂਪ ਹੋ ਜਾਂਦਾ ਹੈ। ਜੋ ਜਨ ਨਾਮ ਨਿਰੰਜਨ ਰਤਾ
ਜਾਣਦਾ ਕੌਣ ਹੈ? ਉਸ ਪਰਮੇਸ਼ਰ ਨੂੰ ਜਿਹੜਾ ਅਫੁਰ ਸਰੂਪ ਹੈ, ਸੁੰਨ ਸਰੂਪ ਹੈ, ਚੇਤਨ ਸਰੂਪ ਹੈ। ਜਿਹੜਾ ਚੇਤਨ ਸਰੂਪ ਹੈ ਪਰ ਅਫੁਰ ਫੁਰਨਿਆਂ ਤੋਂ ਰਹਿਤ ਹੈ, ਸਾਰਿਆਂ ਦੇ ਅੰਦਰ ਵਸਦਾ ਹੋਇਆ, ਜਿਹੜਾ ਗੁਪਤ ਰੂਪ ਹੋਇਆ ਪਿਆ, ਜਿਹਦੇ ਕਰਕੇ ਸਾਰਾ ਕੁਝ ਵਰਤਾਰਾ ਵਰਤ ਰਿਹਾ। ਜਿਸ ਚੇਤਨ ਸਰੂਪ ਕਰਕੇ ਸਾਰੀ ਚੇਤਨਤਾ ਹੋ ਰਹੀ ਹੈ, ਸਾਰੇ ਸਰੀਰਾਂ 'ਚ ਹਰਕਤ ਹੋ ਰਹੀ ਹੈ, ਅੱਖਾਂ ਵੇਖ ਰਹੀਆਂ, ਕੰਨ ਸੁਣ ਰਹੇ ਆ, ਰਸਨਾ ਪਦਾਰਥਾਂ ਦੇ ਰਸ ਚੱਖਦੀ, ਇਹਨੂੰ ਪਤਾ ਲੱਗਦਾ ਹੈ ਵੀ ਇਹ ਮਿੱਠਾ ਹੈ, ਲੂਣ ਵਾਲਾ ਹੈ, ਕੌੜਾ ਕਸੈਲਾ ਹੈ। ਨਾਸਕਾਂ ਸੁਗੰਧੀ ਦੁਰਗੰਧੀ ਨੂੰ ਜਾਣਦੀਆਂ ਹਨ, ਚਮੜੀ ਤੱਤੇ ਠੰਡੇ ਨੂੰ ਜਾਣਦੀ ਹੈ, ਮਹਿਸੂਸ ਕਰਦੀ ਹੈ, ਹੱਥ ਪੈਰ ਕੰਮ ਕਰਦੇ, ਚਾਰੇ ਗਿਆਨ ਇੰਦਰੀਏ, ਕਰਮ ਇੰਦਰੀਏ, ਮਨ ਫੁਰਨੇ ਉਠਾਉਂਦਾ ਹੈ, ਬੁੱਧੀ ਨਿਸ਼ਚਾ ਕਰਦੀ ਹੈ, ਚਿੱਤ ਚਿਤਵਣੀਆਂ ਕਰਦਾ ਹੈ। ਇਹ ਸਾਰਾ ਜੋ ਵਰਤਾਰਾ ਵਰਤ ਰਿਹਾ ਹੈ, ਸਰੀਰ ਦਾ ਅੰਦਰਲਾ ਬਾਹਰਲਾ, ਇੰਦਰੀਆਂ ਦਾ, ਔਰ ਇਹ ਸਾਰਾ ਜਿਸ ਕਰਕੇ ਹੋ ਰਿਹਾ, ਜਿਸ ਸੁੰਨ ਸਰੂਪ ਦੇ ਕਰਕੇ, ਜੋ ਅੰਦਰ ਵਸਿਆ ਹੋਇਆ, ਜਿਸ ਚੇਤਨ ਦੇ ਕਰਕੇ ਸਾਰਾ ਕੁਝ ਹੋ ਰਿਹਾ। ਤਾਂ ਉਸ ਦੇ ਭੇਦ ਨੂੰ ਕਿਵੇਂ ਕੋਈ ਜਾਣਦਾ ਹੈ? ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਕਹਿੰਦੇ, ਜੋ ਜਨ ਨਾਮ ਨਿਰੰਜਨ ਰਾਤਾ। ਜੋ ਜਨ, ਜਿਹੜਾ ਮਨੁੱਖ, ਜਿਹੜਾ ਜਨ, ਜੋ ਵਾਹਿਗੁਰੂ ਦਾ ਸੇਵਕ ਬਣਦਾ ਹੈ ਤੇ ਨਿਰੰਜਨ ਉਸ ਸੁੱਧ ਸਰੂਪ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਸ ਨੇ ਪ੍ਰੇਮ ਕੀਤਾ, ਜਿਸ ਨੇ ਉਹਦੇ ਨਾਲ ਆਪਣੇ ਮਨ ਨੂੰ ਰੰਗਿਆ। ਜੋ ਜਨ ਨਾਮ ਨਿਰੰਜਨ ਰਾਤਾ, ਜਿਹੜਾ ਜਨ ਨਿਰੰਜਨ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੇਮ ਕਰਦਾ ਹੈ, ਰੰਗਿਆ ਜਾਂਦਾ ਹੈ, ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਐਸੇ ਸਰੂਪ ਦੇ ਭੇਦ ਨੂੰ ਜਾਣਦਾ। ਉਸ ਨੂੰ ਸਮਝ ਪੈਂਦੀ ਹੈ ਕਿ ਜਿੰਨੀ ਇਹ ਹਰਕਤ ਹੋ ਰਹੀ ਹੈ ਉਹਦੇ ਕਰਕੇ ਹੋ ਰਹੀ ਹੈ ਜੋ ਅੰਦਰ ਬੈਠਾ ਹੋਇਆ, ਜੋ ਬਾਹਰ ਵਿਆਪਕ ਹੈ। ਜਿੰਨੀ ਭੱਜ ਦੌੜ ਹੈ, ਇਹ ਸਾਰੇ ਸਰੀਰ ਹਰਕਤ ਕਰ ਰਹੇ ਆ, ਇਹ ਉਹਦੇ ਕਰਕੇ ਹੈ ਜਿਹੜਾ ਅਫੁਰ ਸਰੂਪ ਹੈ, ਸੁੰਨ ਸਰੂਪ ਹੈ, ਜਿਸ ਨੇ ਆਪਣੇ ਆਪ ਨੂੰ ਜਣਾਇਆ ਨਹੀਂ ਹੈ, ਅੰਦਰ ਬੈਠਾ ਹੋਇਆ ਹੈ, ਸ਼ਾਂਤ, ਅਫੁਰ, ਸੁੰਨ, ਉਹਦੇ ਕਰਕੇ ਸਾਰਾ ਕੁਝ ਹੋ ਰਿਹਾ। ਮਹਾਰਾਜ ਕਹਿੰਦੇ, ਉਹ ਜਾਣਦਾ ਭਾਈ ਜੋ ਜਨ ਨਾਮ ਦੇ ਰੰਜਨ ਰਾਤਾ, ਜਿਹੜਾ ਨਾਮ ਦੇ ਨਾਲ ਰੰਗਿਆ ਜਾਂਦਾ ਹੈ, ਜਿਸ ਨੇ ਆਪਣੇ ਚਿੱਤ ਬਿਰਤੀ ਨੂੰ, ਆਪਣੇ ਹਿਰਦੇ ਨੂੰ ਨਾਮ ਦੇ ਰੰਗ ਵਿੱਚ ਰੰਗਿਆ ਹੈ, ਉਸ ਨੂੰ ਇਹ ਸਮਝ ਪੈਂਦੀ ਹੈ, ਉਸ ਨੂੰ ਇਹ ਜਾਣਕਾਰੀ ਹਾਸਲ ਹੁੰਦੀ ਹੈ। ਨਾਨਕ ਸੋਈ ਪੁਰਖ ਵਿਧਾਤਾ। ਤੇ ਉਹ ਇਹ ਵੀ ਜਾਣਦਾ ਹੈ ਕਿ ਉਹ ਪਰਮੇਸ਼ਰ ਸੋਈ ਸੋਭਾ ਵਾਲਾ ਹੈ, ਪੁਰਖ ਵਿਆਪਕ ਹੈ, ਵਿਧਾਤਾ ਤੇ ਕਰਮਾਂ ਦੇ ਬਰਾਬਰ ਫਲ ਦੇਣ ਵਾਲਾ ਹੈ ਸੁੰਨ, ਹੈ ਅਫੁਰ, ਹੈ ਸ਼ਾਂਤ, ਹੈ ਉਹ ਚੇਤਨ, ਪਰ ਉਹ ਵਿਆਪਕ ਜਿੱਥੇ ਹੈ ਉੱਥੇ ਵਿਧਾਤਾ ਵੀ ਹੈ, ਕਰਮਾਂ ਦੇ ਬਰਾਬਰ ਜੀਵਾਂ ਨੂੰ ਫਲ ਵੀ ਦਿੰਦਾ। ਅਫੁਰ ਸਰੂਪ ਹੈ, ਪਰ ਜਿਹੋ ਜੇ ਕੋਈ ਕਰਮ ਕਰਦਾ ਉਸ ਤਰ੍ਹਾਂ ਦਾ ਉਹਨੇ ਨਿਯਮ ਬਣਾਇਆ ਹੋਇਆ, ਉਸ ਤਰ੍ਹਾਂ ਦਾ ਫਲ ਭੁਗਤਾ ਦਿੰਦਾ। ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ, ਕੋਈ ਚੰਗਾ ਕਰਮ ਕਰੇ, ਚੰਗਿਆਈ ਕਰੇ, ਉਹਨੂੰ ਉਹਦਾ ਫਲ ਸੁੱਖ ਦਿੰਦਾ। ਕੋਈ ਮਾੜਾ ਕਰਮ ਕਰੇ, ਬੁਰਿਆਈ ਕਰੇ, ਉਹਦਾ ਫਲ ਉਹਨੂੰ ਦੁੱਖ ਮਿਲਦਾ। ਜਿਹੋ ਜਿਹਾ ਕੋਈ ਕਰਮ ਕਰੇ ਉਹਦਾ ਫਲ ਭੁਗਤਾਉਂਦਾ, ਇਸ ਕਰਕੇ ਉਹਨੂੰ ਵਿਧਾਤਾ ਆਖਿਆ ਜਾਂਦਾ, ਕਿ ਕਰਮਾਂ ਦੇ ਬਰਾਬਰ ਫਲ ਦੇਣ ਵਾਲਾ। ਇਹ ਉਹਨੇ ਨਿਯਮ ਬਣਾਇਆ ਹੋਇਆ, ਜਿਹੋ ਜਿਹਾ ਕੋਈ ਕਰਮ ਕਰੇਗਾ ਉਹੋ ਜਿਹਾ ਉਹਨੂੰ ਭਰਨਾ ਪਵੇਗਾ, ਉਹੋ ਜਿਹਾ ਭਰੇਗਾ। ਤਾਂ ਹੀ ਬਾਣੀ ਚ ਆਖਿਆ, ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ। ਵੀ ਬੰਦਿਆ ਦੋਸ਼ ਨਾ ਹੋਰ ਕਿਸੇ ਨੂੰ ਦੇ, ਆਪਣੇ ਕਰਮਾਂ ਨੂੰ ਦੋਸ਼ ਦਿਆ ਕਰ। ਜਿਹੋ ਜਿਹਾ ਤੂੰ ਕਰਮ ਕੀਤਾ ਉਹੋ ਜਿਹਾ ਫਲ ਭੁਗਤ ਰਿਹਾ ਹੈ, ਜਿਹੋ ਜਿਹਾ ਅੱਗੇ ਕਰੇਗਾ ਉਹੋ ਜਿਹਾ ਫਲ ਭੁਗਤੇਗਾ। ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਖਰਿਤ ਸੁਖਰਿਤ ਥਾਰੋ ਕਰਮਰੀ। ਦੁੱਖ ਤੇ ਸੁੱਖ ਤੇਰੇ ਕਰਮਾਂ ਦਾ ਹੈ।
ਜਿਹੋ ਜਿਹਾ ਤੇਰਾ ਕਰਮ ਹੈ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਆਪ ਹੀ ਬੀਜਦਾ ਹੈ, ਜਿਹੋ ਜਿਹੇ ਕਰਮ ਆਪ ਹੀ ਖਾਣੇ ਪੈਣੇ, ਉਹਨੇ ਤਾਂ ਭੁਗਤਾਉਣੇ ਆ। ਜਿਸ ਤਰ੍ਹਾਂ ਦਾ ਤੂੰ ਕਰਦਾ ਹੈ ਉਸ ਤਰ੍ਹਾਂ ਦਾ ਉਹ ਭੁਗਤਾ ਦਿੰਦਾ। ਇਸ ਤਰ੍ਹਾਂ ਦਾ ਉਹਨੇ ਸਿਲਸਿਲਾ ਬਣਾਇਆ ਹੋਇਆ ਸੰਸਾਰ ਦਾ। ਜੇ ਕੋਈ ਕਿੱਕਰਾਂ ਬੀਜਦਾ ਹੈ ਫਿਰ ਕੰਡੇ ਤਾਂ ਵੱਜਣੇ ਹੀ ਹਨ। ਤੋ ਇਸੇ ਤਰ੍ਹਾਂ ਜੇ ਕੋਈ ਭੇਡ ਦੀ ਜਾਂ ਊਠ ਦੀ ਉੱਨ ਕੱਤਦਾ ਹੈ ਤੇ ਉਹਨੂੰ ਉਹ ਕੁਝ ਪ੍ਰਾਪਤ ਹੋਣਾ ਹੈ। ਰੇਸ਼ਮ ਤਾਂ ਮਿਲਣ ਹੀ ਲੱਗਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿੱਕਰਾਂ ਬੀਜ ਕੇ ਦਾਖਾਂ ਨਹੀਂ ਮਿਲਦੀਆਂ ਤੇ ਭੇਡ ਦੀ ਜਾਂ ਊਠ ਦੀ ਉੱਨ ਕੱਤ ਕਰਕੇ ਰੇਸ਼ਮ ਨਹੀਂ ਪ੍ਰਾਪਤ ਹੁੰਦਾ। ਭਾਵ ਜਿਹੋ ਜਿਹਾ ਕੋਈ ਕਰਮ ਕਰਦਾ ਉਹੋ ਜਿਹਾ ਹੀ ਫਲ ਮਿਲਦਾ ਉਸ ਨੂੰ। ਫਰੀਦਾ ਲੋੜ ਹੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡਾਏ ਉੱਨ ਕਤਾਏ ਦਾ ਪੈਦਾ ਲੋੜ ਹੈ ਪੱਟ। ਜ਼ਹਿਰ ਬੀਜ ਕੇ ਅੰਮ੍ਰਿਤ ਨਹੀਂ ਮਿਲਦਾ ਹੈ। ਜੇ ਜ਼ਹਿਰ ਬੀਜਿਆ ਹੈ ਤੇ ਫਿਰ ਜ਼ਹਿਰ ਹੀ ਉਗਣਾ ਹੈ, ਜ਼ਹਿਰ ਹੀ ਫਲ ਲੱਗਣਾ ਹੈ। ਜੇ ਅੰਮ੍ਰਿਤ ਬੀਜਿਆ ਹੈ ਫਿਰ ਅੰਮ੍ਰਿਤ ਉਗੇਗਾ, ਅੰਮ੍ਰਿਤ ਮਿਲੇਗਾ। ਭਾਵ ਜਿਹੋ ਜਿਹਾ ਕੋਈ ਕਰਮ ਕਰਦਾ ਉਹੋ ਜਿਹਾ ਫਲ ਉਹਨੂੰ ਪ੍ਰਾਪਤ ਹੁੰਦਾ। ਬੀਜੇ ਵੇਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਓ। ਪਰ ਇਨਸਾਨ ਜ਼ਹਿਰ ਬੀਜ ਕੇ ਅੰਮ੍ਰਿਤ ਭਾਲਦਾ ਹੈ। ਮਹਾਰਾਜ ਕਹਿੰਦੇ ਕੋਈ ਨਿਆਂ ਨਹੀਂ ਹੈ, ਕੋਈ ਫੈਸਲਾ ਨਹੀਂ ਹੈ। ਜਿਹੜਾ ਨਾਮ ਦੇ ਨਾਲ ਰੰਗਿਆ ਜਾਂਦਾ ਇਹ ਸਮਝ ਵੀ ਉਸ ਨੂੰ ਪੈਂਦੀ ਹੈ ਕਿ ਉਹ ਪਰਮੇਸ਼ਰ ਸਰਬ ਵਿਆਪਕ ਹੈ ਤੇ ਕੀਤੇ ਕਰਮਾਂ ਦਾ ਫਲ ਭੁਗਤਾਉਣ ਵਾਲਾ। ਇਹ ਸਮਝ ਵੀ ਮਹਾਰਾਜ ਕਹਿੰਦੇ ਹਰ ਇੱਕ ਨੂੰ ਨਹੀਂ ਪੈਂਦੀ। ਜਿਹੜਾ ਨਾਮ ਦੇ ਨਾਲ ਆਪਣੇ ਚਿੱਤ ਨੂੰ ਜੋੜਦਾ ਹੈ, ਨਾਮ ਨਾਲ ਪ੍ਰੇਮ ਕਰਦਾ, ਉਹਨੂੰ ਇਹ ਸਮਝ ਪੈਂਦੀ ਹੈ ਵੀ ਕੀਤੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਜਿਹੜਾ ਨਾਮ ਨਾਲ ਨਹੀਂ ਜੁੜਦਾ ਉਹ ਤੇ ਕਹਿੰਦਾ ਹੈ ਵੀ ਖਾਓ ਪੀਓ ਹੰਢਾਓ, ਮੌਜ ਮੇਲੇ ਕਰੋ, ਆ ਜੱਗ ਮਿੱਠਾ ਅਗਲਾ ਕਿਨ ਡਿੱਠਾ। ਵੀ ਜਿੱਥੇ ਦਾ ਲੱਗਦਾ ਉੱਥੇ ਲਾਓ, ਆ ਸੰਸਾਰ ਮਿੱਠਾ। ਅੱਗੇ ਕਿੰਨੇ ਕਹਿੰਦਾ ਵੇਖਿਆ ਕੁਝ, ਉਹਦੀ ਐਸੀ ਬਿਰਤੀ ਬਣ ਜਾਂਦੀ। ਪਰ ਜਿਹੜਾ ਨਾਮ ਦੇ ਨਾਲ ਆਪਣੀ ਬਿਰਤੀ ਨੂੰ ਜੋੜਦਾ ਹੈ ਉਸ ਨੂੰ ਸਮਝ ਪੈਂਦੀ ਹੈ ਵੀ ਕਰਮਾਂ ਦਾ ਫਲ ਭੋਗਣਾ ਪੈਂਦਾ। ਜੋ ਜਨ ਨਾਮ ਨਿਰੰਜਨ ਰਾਤਾ, ਜਿਹੜਾ ਜਨ ਨਾਮ ਪਰਮੇਸ਼ਰ ਵਾਹਿਗੁਰੂ ਨਿਰੰਜਨ ਸੁੱਧ ਸਰੂਪ ਦੇ ਨਾਮ ਦੇ ਨਾਲ ਰੰਗਿਆ ਗਿਆ, ਨਾਨਕ ਸੋਈ ਪੁਰਖ ਵਿਧਾਤਾ। ਇਸ ਪੰਕਤੀ ਦੇ ਦੋ ਅਰਥ ਮਹਾਂਪੁਰਖਾਂ ਨੇ ਕੀਤੇ ਆ। ਪਹਿਲਾ ਤੇ ਕੀਤਾ ਵੀ ਉਸ ਨੂੰ ਸਮਝ ਪੈਂਦੀ ਹੈ ਵੀ ਉਹ ਪਰਮੇਸ਼ਰ ਵਾਹਿਗੁਰੂ ਹੀ ਪੁਰਖ ਵਿਧਾਤਾ ਹੈ, ਵਿਆਪਕ ਹੈ ਤੇ ਕਰਮਾਂ ਦੇ ਬਰਾਬਰ ਫਲ ਭੁਗਤਾਉਣ ਵਾਲਾ। ਤੇ ਦੂਸਰਾ ਅਰਥ ਮਹਾਂਪੁਰਖਾਂ ਗੁਰਮੁਖਾਂ ਨੇ ਕੀਤਾ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਨਿਰੰਜਨ ਦੇ ਨਾਮ ਦੇ ਨਾਲ ਰੰਗਿਆ ਜਾਂਦਾ ਹੈ ਨਾ, ਉਹ ਜੀਵ ਆਪ ਹੀ ਪੁਰਖ ਵਿਧਾਤੇ ਦਾ ਰੂਪ ਹੋ ਜਾਂਦਾ। ਉਹ ਆਪ ਹੀ ਪੁਰਖ ਵਿਧਾਤਾ ਬਣ ਜਾਂਦਾ। ਪੁਰਖ ਵਿਧਾਤਾ ਬਣਨ ਤੋਂ ਭਾਵ ਕਿ ਉਹ ਪਰਮੇਸ਼ਰ ਦੇ ਨਾਮ ਦਾ ਜਪ ਕਰਦਾ ਕਰਦਾ, ਸਿਮਰਨ ਕਰਦਾ ਕਰਦਾ ਪਰਮੇਸ਼ਰ ਦੇ ਵਿੱਚ ਲੀਨ ਹੋ ਕੇ ਉਹਦਾ ਰੂਪ ਹੀ ਹੋ ਜਾਂਦਾ। ਕਿਉਂਕਿ ਭਗਤ ਭਗਵਾਨ ਦੇ ਵਿੱਚ ਹੀ ਅਭੇਦ ਹੋ ਜਾਂਦਾ ਹੈ, ਸਿੱਖ ਗੁਰੂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਕੋਈ ਇੱਕਮਿਕ ਹੋ ਜਾਂਦਾ, ਤਾਣੇ ਪੇਟੇ ਵਾਲੀ ਸਾਂਝ ਬਣ ਜਾਂਦੀ ਹੈ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੈ ਸਮਾਜ। ਜਿਵੇਂ ਜਲ ਤੇ ਉਹ ਲਹਿਰਾਂ ਪੈਦਾ ਹੋਈਆਂ ਤੇ ਉਹ ਲਹਿਰਾਂ ਪਾਣੀ ਦਾ ਹੀ ਰੂਪ ਆ ਤੇ ਪਾਣੀ ਵਿੱਚ ਹੀ ਲੀਨ ਹੋ ਜਾਂਦੀਆਂ। ਇਸੇ ਤਰ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਵਿੱਚ ਪ੍ਰੇਮ ਕੀਤਾ ਉਹ ਫਿਰ ਪੁਰਖ ਵਿਧਾਤੇ ਦਾ ਰੂਪ ਹੀ ਹੋ ਗਏ, ਉਹਦੇ ਨਾਲ ਇੱਕਮਿਕ ਹੀ ਹੋ ਗਏ। ਉਹਨਾਂ ਵਿੱਚ ਤੇ ਉਹਦੇ ਵਿੱਚ ਫਰਕ ਹੀ ਕੋਈ ਨਹੀਂ ਰਹਿ ਗਿਆ। ਉਹਨਾਂ ਦੇ ਦਰਸ਼ਨ ਕੀਤਿਆਂ ਫਿਰ ਵਾਹਿਗੁਰੂ ਦਾ ਚੇਤਾ ਆਉਂਦਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਕਿਉਂਕਿ ਉਹਨਾਂ ਦੇ ਵਿੱਚੋਂ ਉਹ ਦਿਸਣ ਲੱਗ ਪੈਂਦਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕੱਟਿਐ ਮੈਲ ਸਾਧ ਸੰਗ ਉੱਠਿਆ। ਮਨ ਦੀ ਮੈਲ ਕੱਟੀ ਜਾਂਦੀ ਹੈ ਸਾਧ ਸੰਗਤ ਵਿੱਚ ਬੈਠਿਆਂ ਹੋਇਆਂ। ਤਾਂ ਮਹਾਰਾਜ ਸਾਹਿਬ ਕਹਿੰਦੇ ਆ, ਜਿਨ੍ਹਾਂ ਨਾ ਵਿਸਰੈ ਨਾਮ, ਜਿਨ੍ਹਾਂ ਨਾ ਵਿਸਰੈ ਨਾਮ, ਜਿਨ੍ਹਾਂ ਨਾ ਵਿਸਰੈ ਨਾਮ, ਜਿਨ੍ਹਾਂ ਨਾ ਵਿਸਰੈ ਨਾਮ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ,
ਜਿਨ੍ਹਾਂ ਨ ਵਿਸਰੈ ਨਾਮ ਸੇ ਕਿਨੇਹਿਆ। ਨਾਮ ਵਿਸਰੈ ਨਾਮ ਸੇ ਕਨੇਹਿਆ। ਜਿਨ੍ਹਾਂ ਨ ਵਿਸਰੈ ਨਾਮ ਸੇ ਕਨੇਹਿਆ। ਭੇਦ ਨ ਜਾਣਹੁ ਮੂਲ ਸਾਈਂ ਜੇਹਿਆ। 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 ਹਰਿ ਕਾ ਸੇਵਕ ਸੋ ਹਰਿ ਜੇਹਾ। ਹਰਿ ਕਾ ਸੇਵਕ ਸੋ ਹਰਿ ਜੇਹਾ। ਕਾ ਸੇਵਕ ਸੋ ਹਰਿ ਜੇਹਾ। ਹਰਿ ਕਾ ਸੇਵਕ ਸੋ ਹਰਿ ਜੇਹਾ। ਹਰਿ ਕਾ ਸੇਵਕ ਸੋ ਹਰਿ ਜੇਹਾ। ਹਰਿ ਕਾ ਸੇਵਕ ਸੋ ਹਰਿ ਜੇਹਾ। ਕਾ ਸੇਵਕ ਸੋ ਹਰਿ ਜੇਹਾ। ਹਰਿ ਕਾ ਸੇਵਕ ਸੋ ਹਰਿ ਜੇਹਾ। ਭੇਦ ਨ ਜਾਣਹੁ ਮਾਨਸ ਦੇਹਾ। 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 ਜਿਨ੍ਹਾਂ ਨ ਵਿਸਰੈ ਨਾਮ ਸੇ ਕਨੇਹਿਆ। 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 ਭੇਦ ਨ ਜਾਣਹੁ ਮੂਲ ਸਾਈਂ ਜੇਹਿਆ। 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 ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਦੇ ਨਾਲ ਪ੍ਰੇਮ ਕੀਤਾ, ਜਿਹੜੇ ਨਾਮ ਨਾਲ ਰੰਗੇ ਗਏ, ਉਹ ਸਾਈਂ ਵਰਗੇ ਹੀ ਹੋ ਗਏ। ਉਹ ਭਗਤ ਭਗਤੀ ਕਰਦੇ ਹੋਏ ਭਗਵਾਨ ਦਾ ਰੂਪ ਹੀ ਹੋ ਗਏ, ਇੱਕ ਰੂਪ। ਫਿਰ ਉਹਨਾਂ ਨੇ ਕਹਿ ਦਿੱਤਾ ਪ੍ਰੇਮ ਦੇ ਵਿੱਚ ਆ ਕਰਕੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ। ਇਹ ਪ੍ਰਭੂ ਤੇਰੇ ਵਿੱਚ ਮੇਰੇ ਵਿੱਚ ਮੇਰੇ ਵਿੱਚ ਤੇਰੇ ਵਿੱਚ ਕਾਹਦਾ ਅੰਤਰ ਹੈ, ਕਾਹਦਾ ਫਰਕ ਹੈ। ਕਹਿੰਦੇ ਇੰਨਾ ਕੀ ਫਰਕ ਹੈ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਜਿੰਨਾ ਕੁ ਕਨਕ ਕਟਕ ਸੋਨੇ ਅਤੇ ਸੋਨੇ ਦੇ ਕੜਿਆਂ ਦੇ ਵਿੱਚ ਫਰਕ ਹੁੰਦਾ। ਇੱਕ ਸੋਨਾ ਹੈ, ਸੋਨੇ ਦੀ ਡਲੀ ਹੈ, ਇੱਕ ਸੋਨੇ ਦੇ ਕੜੇ ਆ। ਉਹਨਾਂ ਨੂੰ ਕੜੇ ਕਿਹਾ ਜਾਂਦਾ ਹੈ, ਉਹ ਵੀ ਸੋਨਾ ਹੀ। ਜਲ ਤਰੰਗ ਜੈਸਾ, ਇੱਕ ਜਲ ਹੈ, ਸਮੁੰਦਰ ਹੈ, ਦਰਿਆ ਹੈ, ਇੱਕ ਉਹਦੇ ਉੱਤੇ ਲਹਿਰਾਂ ਵਾ ਚੱਲਦੀਆਂ ਤੇ ਕਹਿ ਦਿੱਤਾ ਜਾਂਦਾ ਇਹ ਦਰਿਆ ਹੈ, ਇਹ ਸਮੁੰਦਰ ਹੈ ਤੇ ਆ ਸਮੁੰਦਰ ਦੀਆਂ ਲਹਿਰਾਂ। ਕਹਿੰਦੇ ਲਹਿਰਾਂ ਵੀ ਤੇ ਉਹਦੀਆਂ ਹੀ ਹੁੰਦੀਆਂ, ਲਹਿਰਾਂ ਵੀ ਤੇ ਉਹਦਾ ਰੂਪ ਹੀ ਹੈ। ਇਸ ਕਰਕੇ ਪ੍ਰਭੂ ਤੇਰੇ ਮੇਰੇ ਵਿੱਚ ਇੰਨਾ ਕੀ ਫਰਕ ਹੈ, ਜਿੰਨਾ ਸੋਨੇ ਤੇ ਸੋਨੇ ਦੇ ਗਹਿਣਿਆਂ ਵਿੱਚ, ਜਿਵੇਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਵਿੱਚ, ਅਸਲ ਵਿੱਚ ਤੂੰ ਤੇ ਮੈਂ ਇੱਕ ਰੂਪ ਹੀ ਹਾਂ। ਮੈਂ ਤੇਰੇ ਵਿੱਚੋਂ ਹੀ ਪੈਦਾ ਹੋਇਆ। ਲਹਿਰਾਂ ਪਾਣੀ ਤੋਂ ਬਿਨਾਂ ਨਹੀਂ ਪੈਦਾ ਹੁੰਦੀਆਂ, ਪਰ ਪਾਣੀ ਤੋਂ ਵੱਖਰੀਆਂ ਵੀ ਨਹੀਂ ਹੁੰਦੀਆਂ, ਪਾਣੀ ਦੇ ਵਿੱਚ ਹੀ ਅਭੇਦ ਹੋ ਜਾਂਦੀਆਂ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਪ੍ਰੇਮ ਕੀਤਾ ਨਾ, ਪਰਮੇਸ਼ਰ ਵਾਹਿਗੁਰੂ ਦਾ ਰੂਪ ਹੀ ਹੋ ਗਏ, ਇੱਕਮੇਕੀ ਉਸ ਵਿਧਾਤੇ ਦਾ ਰੂਪ ਹੀ ਹੋ ਗਏ, ਸਰਬ ਵਿਆਪਕ ਦਾ ਰੂਪ ਹੀ ਹੋ ਗਏ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹਿ। ਦੂਜੀ ਵਿਚਾਰ ਹੀ ਕੋਈ ਨਹੀਂ ਹੈ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹਿ। ਤਾਂ ਉਹ ਪਰਮੇਸ਼ਰ ਦੇ ਪਿਆਰੇ ਉਹ ਐਸੀ ਅਵਸਥਾ ਨੂੰ ਪ੍ਰਾਪਤ ਹੋਏ ਜਿਨ੍ਹਾਂ ਨੇ ਨਾਮ ਦੇ ਵਿੱਚ ਆਪਣੇ ਆਪ ਨੂੰ ਰੰਗਿਆ ਹੈ, ਆਪਣੇ ਹਿਰਦੇ ਨੂੰ ਰੰਗਿਆ ਹੈ। ਤੋ ਜਗਤ ਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਜੋ ਜਨ ਨਾਮ ਨਿਰੰਜਨ ਰਾਖਾ, ਨਾਨਕ ਸੋਈ ਪੁਰਖ ਵਿਦਾਤਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।